ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸਰੈ ਨਾਰੇ। ਮਨ ਗੁਰ ਮਿਲ ਕਾਜ ਸਵਾਰੇ। ਇਹੋ ਸੰਸਾਰ ਵਿਕਾਰ ਸੰਸੈ ਮਹਿ। ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਵੈ ਪੀਆਵੈ ਇਹੋ ਰਸ। ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਬਾਹੁਰ ਨ ਹੋਏ ਘੂ ਫੇਰਾ। ਅੰਤਰਜਾਮੀ ਪੁਰਖ ਵਿਧਾਤੇ। ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹੈ ਸੁਖ ਮੰਗੈ। ਮੋਕੋ ਕਰ ਸੰਤਨ ਕੀ ਤੂਰੇ। ਸੁਕਾਓ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹਲਾ ਪਹਿਲਾ। ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਾਲ ਨਾਹੀ ਜੋਗ ਨਾਹੀ। ਨਾਹੀ ਸਤ ਕਾ ਢਬ। ਥਾਨ ਸੱਟ ਜਗ ਭ੍ਰਿਸ਼ਟ ਹੋਏ। ਡੂਬਤਾ ਏਵ ਜਗ। ਕਲ ਮੈਂ ਰਾਮ ਨਾਮ ਸਾਰ। ਅੱਖੀ ਤਾਂ ਮੀਟੈ ਨਾਕ ਪਕੜੈ। ਠੱਗਣ ਕੋ ਸੰਸਾਰ। ਕਾਲ ਨਾਹੀ ਜੋਗ ਨਾਹੀ। ਨਾਹੀ ਸਤ ਕਾ ਢਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਸੁਸ਼ੋਭਿਤ ਹੋ ਕਰਕੇ ਗੁਰੂ ਕੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਇਸ ਵੇਲੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੱਲੋਂ ਬਖਸ਼ਿਸ਼ ਗੁਰਬਾਣੀ ਤੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਟਾਈ।
ਐਸੀ ਬਾਣੀ ਦੀ ਆਪਾਂ ਕਥਾ ਵਿਚਾਰ ਸਰਵਨ ਕਰਨ ਵਾਸਤੇ ਜਾ ਰਹੇ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪਹਿਲਾ ਘਰ ਤੀਜਾ। ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਜੀਆਂ ਦਾ ਇਹ ਪਾਵਨ ਪਵਿੱਤਰ ਜੋ ਉਪਦੇਸ਼ ਹੈ ਆਪਾਂ ਸਰਵਨ ਕਰਨ ਜਾ ਰਹੇ ਹਾਂ। ਤੀਜੇ ਘਰ ਦੇ ਅੰਦਰ ਇਹ ਸ਼ਬਦ ਨੂੰ ਗਾਉਣ ਦਾ ਹੁਕਮ ਮਹਾਰਾਜ ਦੀ ਜਿਹੜੇ ਗਵਈਏ ਨੇ ਰਾਗ ਪੜ੍ਹਨ ਵਾਲੇ ਉਹਨਾਂ ਨੂੰ ਹੁਕਮ ਕਰਦੇ ਤੀਜੇ ਘਰ ਦੇ ਅੰਦਰ ਇਹ ਸ਼ਬਦ ਦਾ ਗਾਇਨ ਕਰਨਾ। 662 ਅੰਗ ਦੇ ਉੱਪਰ ਇਹ ਸ਼ਬਦ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਦੀਆਂ ਨੇ ਦਰਜ ਕਰਵਾਇਆ। ਸੋ ਇਸ ਤਰ੍ਹਾਂ ਮਹਾਰਾਜ ਬਖਸ਼ਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਨਾਮ ਪਰਮਾਤਮਾ ਦਾ ਹੈ। ਪਰਮਾਤਮਾ ਜਿਸ ਦੇ ਕਈ ਨਾਮ ਨੇ, ਤੇਰੇ ਰੂਪ ਅਨੇਕਾਂ ਨਾਮ ਅਨੰਤਾ। ਬੇਅੰਤ ਤੇਰੇ ਨਾਮ ਨੇ, ਬੇਅੰਤ ਤੇਰੇ ਰੂਪ ਨੇ। ਓੰਕਾਰ ਵੀ ਤੇਰਾ ਇੱਕ ਨਾਮ ਹੈ, ਪਰ ਓੰਕਾਰ ਦੇ ਨਾਮ ਵਾਲਾ ਜੋ ਪ੍ਰਮਾਤਮਾ ਉਹ ਇੱਕ ਹੀ ਹੈ, ਉਹਦੇ ਬਿਨਾਂ ਕੋਈ ਦੂਜਾ ਨਹੀਂ। ਐਸੇ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਸਤਿਗੁਰ ਪ੍ਰਸਾਦ, ਗੁਰੂ ਕਿਰਪਾ ਨਾਲ, ਗੁਰੂ ਬਖਸ਼ਿਸ਼ ਨਾਲ, ਗੁਰੂ ਦੀ ਰਹਿਮਤ ਦੇ ਨਾਲ ਇਸ ਤਰ੍ਹਾਂ ਪ੍ਰਮਾਤਮਾ ਪ੍ਰਾਪਤ ਹੁੰਦਾ ਹੈ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ। ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਦੇਸਾਂ ਦਸੰਤਰਾਂ ਦਾ ਰਟਨ ਕਰਦੇ ਹੋਏ ਕਈਆਂ ਦੇਸਾਂ ਦਾ ਭ੍ਰਮਣ ਕਰਦੇ ਪਏ ਪਾਤਸ਼ਾਹ ਜੀ। ਚਲਦਿਆਂ ਚਲਦਿਆਂ ਮਹਾਰਾਜ ਲਾਹੌਰ ਸ਼ਹਿਰ ਪਹੁੰਚੇ ਤੇ ਅੰਮ੍ਰਿਤ ਵੇਲੇ ਦਾ ਸਮਾਂ। ਅੰਮ੍ਰਿਤ ਵੇਲੇ ਸਤਿਗੁਰੂ ਜੀ ਆਪਣੇ ਧਿਆਨ ਵਿੱਚ ਬੈਠੇ ਹੋਏ। ਇਹਨੇ ਚਿਰ ਨੂੰ ਬੜਾ ਰੌਲਾ ਪਿਆ। ਮਹਾਰਾਜ ਨੇ ਪੁੱਛਿਆ ਸਾਥੀਆਂ ਤੋਂ, ਕਹਿਣ ਲੱਗੇ ਕੀ ਹੋਇਆ ਹੈ? ਨਾਲ ਦੇ ਸੇਵਕਾਂ ਨੇ, ਸੇਵਾਦਾਰਾਂ ਨੇ ਆਖਿਆ, ਮਹਾਰਾਜ ਇਹ ਲਾਹੌਰ ਸ਼ਹਿਰ ਦੇ ਵਿੱਚ ਅੰਮ੍ਰਿਤ ਵੇਲਾ ਜਦੋਂ ਹੋ ਜਾਂਦਾ ਇੱਥੇ ਪਸ਼ੂਆਂ ਦਾ ਕਤਲ ਕੀਤਾ ਜਾਂਦਾ, ਗਾਵਾਂ ਮੱਝਾਂ ਇਤਿਆਦਿਕ। ਇਹਨਾਂ ਦਾ ਮਾਸ ਤੜਕੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ, 3 ਵਜੇ ਦਾ ਟਾਈਮ, 4 ਵਜੇ ਦਾ ਸਮਾਂ, ਉਸ ਵੇਲੇ ਪਸ਼ੂ ਕਤਲ ਕਰਕੇ ਤੇ ਇਹ ਤਾਂ ਅੰਮ੍ਰਿਤ ਵੇਲੇ ਕਤਲ ਕੀਤੇ ਜਾਂਦੇ ਕਿ ਹੁਣ ਇਹਨਾਂ ਦਾ ਮਾਸ ਜਿਹੜਾ ਹੈ ਨਾ ਪੈਕ ਕਰਕੇ ਤੇ ਸਾਰਿਆਂ ਥਾਵਾਂ 'ਤੇ ਪਹੁੰਚਾਇਆ ਜਾ ਸਕੇ। ਹੋਰਾਂ ਸ਼ਹਿਰਾਂ ਵਿੱਚ, ਨਿੱਕੇ ਕਸਬਿਆਂ ਦੇ ਵਿੱਚ ਤਾਜ਼ਾ ਮਾਸ ਸਵੇਰੇ ਸਵੇਰੇ ਦੁਕਾਨਾਂ 'ਤੇ ਵਿਕੇਗਾ। ਇਸ ਕਰਕੇ ਪਸ਼ੂਆਂ ਦਾ ਕਤਲ ਕੀਤਾ ਜਾ ਰਿਹਾ। ਡੁੱਲਿਆ ਹੋਇਆ ਖੂਨ ਵੇਖ ਕੇ, ਮਰੇ ਹੋਏ ਪਸ਼ੂ ਵੇਖ ਕੇ ਮਹਾਰਾਜ ਨੇ ਆਖਿਆ, ਕਹਿਣ ਲੱਗੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਜਿਹੜਾ ਲਾਹੌਰ ਸ਼ਹਿਰ ਹੈ ਨਾ, ਇਹਦੇ ਵਿੱਚ ਦਿਨ ਚੜ੍ਹਦੇ ਹੀ ਕਹਿਰ ਹੋਇਆ ਕਰੇਗਾ। ਗੁਰੂ ਨਾਨਕ ਦੇਵ ਮਹਾਰਾਜ ਦੇ ਮੁਖੋਂ ਬਚਨ ਨਿਕਲੇ ਤੇ ਕਹਿਣ ਲੱਗੇ, ਉਸ ਤੋਂ ਬਾਅਦ ਵਿੱਚ ਫਿਰ ਇਸੇ ਤਰ੍ਹਾਂ ਹੀ ਹੁੰਦਾ। ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਨਾ ਗੁਰਮੁਖੋ, ਤੇ ਲਾਹੌਰ ਦੇ ਵਿੱਚ ਕਿਸੇ ਨਾ ਕਿਸੇ ਗੱਲੋਂ ਕਲੇਸ਼, ਕੋਈ ਝਗੜਾ ਪੈ ਜਾਂਦਾ, ਕੋਈ ਕਤਲ ਹੋ ਜਾਂਦਾ। ਉਹ ਜਿਹੜਾ ਪਸ਼ੂ ਕਤਲ ਕੀਤੇ ਜਾ ਰਹੇ ਸਨ, ਉਹ ਬਿਪਤਾ ਹੁਣ ਮਨੁੱਖਾਂ 'ਤੇ ਹੀ ਪੈਣ ਲੱਗ ਪਈ। ਕੋਈ ਨਾ ਕੋਈ ਕਿਸੇ ਨਾ ਕਿਸੇ ਘਰ ਵਿੱਚ ਮਰਦਾ ਤੇ ਰੋਜ਼ ਸਵੇਰੇ ਸਵੇਰੇ ਰੋਣ ਦੀਆਂ ਆਵਾਜ਼ਾਂ ਆਉਂਦੀਆਂ। ਇਹ ਬਚਨ ਕਹਿ ਕੇ ਗੁਰੂ ਨਾਨਕ ਦੇ ਪਾਤਸ਼ਾਹ ਉੱਥੋਂ ਅੱਗੇ ਨਿਕਲ ਗਏ। ਤੇ ਥੋੜ੍ਹੀ ਦੂਰ ਮਹਾਰਾਜ ਜਦੋਂ ਜਾ ਕੇ ਬੈਠੇ ਨਾ, ਇੱਥੇ ਇੱਕ ਪੰਡਤ ਬੈਠਾ ਹੋਇਆ। ਪੰਡਤ ਨੇ ਕੀ ਕੀਤਾ? ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਮਗਰੋਂ ਗੋਬਰ ਲਿਆ ਕੇ ਤੇ ਗੋਬਰ ਦੇ ਨਾਲ ਪੋਚਾ ਲਾਇਆ। ਜਿੱਥੇ ਬੈਠਣਾ ਹੈ ਨਾ, ਥਾਂ ਨੂੰ ਪਵਿੱਤਰ ਕਰਨ ਵਾਸਤੇ ਦੇ ਕੇ ਚੌਕਾ ਕੱਢੀ ਕਾਰ, ਚੌਕਾ ਬਣਾਇਆ ਗਿਆ। ਜਿਵੇਂ ਮਹਾਰਾਜ ਫਰਮਾਉਂਦੇ ਨੇ, ਗੋਬਰ ਦਾ ਪੋਚਾ ਲਾਇਆ ਗਿਆ। ਪਰ ਇੱਥੇ ਇਕੱਲਾ ਪੋਚਾ ਹੀ ਲਾਇਆ। ਪੋਚਾ ਲਾ ਕੇ ਥੱਲੇ ਦੱਬ ਵਿਛਾ ਕੇ, ਕਾਂ ਵਿਛਾ ਕੇ ਬੈਠਣ ਵਾਸਤੇ, ਭੂਮ ਆਸਣ ਲਾਉਣ ਵਾਸਤੇ, ਧਰਤੀ 'ਤੇ ਬੈਠਣ ਵਾਸਤੇ ਬ੍ਰਾਹਮਣ ਨੇ ਸੁੱਕੇ ਕੱਖ ਜਿਹੜੇ ਸਨ ਉਹ ਰੱਖੇ। ਆਪ ਵੀ ਇਸ਼ਨਾਨ ਪਾਨ ਕੀਤਾ, ਮੱਥੇ 'ਤੇ ਤਿਲਕ ਲਾਇਆ। ਵੈਸੇ ਵੀ ਬ੍ਰਾਹਮਣ 12 ਤਿਲਕ ਆਪਣੇ ਸਰੀਰ 'ਤੇ ਲਾਉਂਦਾ।
ਧਰਮ ਕਰਮ ਦੀ ਮਰਿਆਦਾ ਕਰਦਿਆਂ ਹੋਇਆਂ ਬ੍ਰਾਹਮਣ 12 ਤਿਲਕ ਆਪਣੇ ਸਰੀਰ ਤੇ ਲਾ ਸਕਦਾ, ਪਰ ਬ੍ਰਾਹਮਣ ਦੀ ਘਰਵਾਲੀ 12 ਤਿਲਕ ਨਹੀਂ ਲਾ ਸਕਦੀ ਹੈ। ਸੋ ਕਹਿਣ ਲੱਗੇ ਵੀ 12 ਤਿਲਕ ਇਹਨੇ ਆਪਣੇ ਸਰੀਰ ਤੇ ਲਾਏ ਤੇ ਸਾਹਮਣੇ ਮੂਰਤੀ ਰੱਖੀ ਹੈ, ਮੂਰਤੀ ਰੱਖ ਕੇ ਫਿਰ ਮੂਰਤੀ ਦੀ ਪੂਜਾ ਕੀਤੀ ਹੈ, ਦੀਵਾ ਜਗਾਇਆ, ਜੋਤ ਜਗਾਈ ਹੈ, ਧੂਪ ਵਗੈਰਾ ਕੀਤੀ ਹੈ, ਮੰਤਰ ਵਗੈਰਾ ਪੜ੍ਹੇ। ਸਾਰਾ ਕੁਝ ਕਰਨ ਤੋਂ ਮਗਰੋਂ ਮੂਰਤੀ ਸਾਹਮਣੇ ਰੱਖ ਕੇ ਤੇ ਅੱਖਾਂ ਬੰਦ ਕਰਕੇ ਬੈਠ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਿਆ ਵੇਖਦੇ ਰਹੇ ਵੀ ਇਹਨੇ ਪਹਿਲਾਂ ਇਸ਼ਨਾਨ ਕੀਤਾ, ਪੋਚਾ ਲਾਇਆ, ਕੱਖ ਵਿਛਾਏ ਬੈਠਣ ਵਾਸਤੇ, ਸੁੱਕੇ ਕਾਂ ਦੱਬ ਇਤਿਆਦਿਕ, ਤੇ ਫਿਰ ਮੂਰਤੀ ਪੂਜਨ ਕੀਤਾ, ਫਿਰ ਨੇਤਰ ਬੰਦ ਕਰਕੇ ਬੈਠ ਗਿਆ। ਮਹਾਰਾਜ ਸਾਰੀ ਕਿਰਿਆ ਵੇਖਦੇ ਰਹੇ ਤੇ ਕੁਝ ਸਮੇਂ ਬਾਅਦ ਜਦੋਂ ਇਹਨੇ ਨੇਤਰ ਖੋਲ੍ਹੇ ਨਾ, ਅੱਖਾਂ ਖੋਲ੍ਹੀਆਂ, ਤੇ ਮਹਾਰਾਜ ਨੇ ਪੁੱਛ ਹੀ ਲਿਆ। ਕਹਿਣ ਲੱਗੇ, ਉਹ ਭਲਿਆ, ਇੱਕ ਪਾਸੇ ਤੇ ਆਪਣਾ ਇਸ਼ਟ ਸਾਹਮਣੇ ਰੱਖਿਆ ਹੋਇਆ, ਦੂਜੇ ਪਾਸੇ ਅੱਖਾਂ ਬੰਦ ਕਰ ਲਈਆਂ। ਜੇ ਅੱਖਾਂ ਹੀ ਬੰਦ ਕਰਨੀਆਂ ਫਿਰ ਮੂਰਤੀ ਸਾਹਮਣੇ ਕਿਉਂ ਰੱਖੀ ਹੈ? ਜੇ ਅੱਖਾਂ ਬੰਦ ਕੀਤੀਆਂ ਤੇ ਮੂਰਤੀ ਸਾਹਮਣੇ ਕਿਉਂ ਰੱਖੀ ਹੈ? ਜੇ ਮੂਰਤੀ ਸਾਹਮਣੇ ਰੱਖੀ ਹੈ ਤੇ ਫਿਰ ਅੱਖਾਂ ਕਿਉਂ ਬੰਦ ਕੀਤੀਆਂ? ਇਹ ਪੰਡਤ ਬੋਲਿਆ, ਕਹਿਣ ਲੱਗਾ, ਜੀ ਤੁਸੀਂ ਉਹ ਦਰਵੇਸ਼ ਲੋਕ, ਪਿੰਡਾਂ ਪਿੰਡਾਂ ਘਰਾਂ ਘਰਾਂ ਵਿੱਚ ਜਾਣ ਵਾਲੇ, ਤੁਹਾਨੂੰ ਪਤਾ ਨਹੀਂ ਹੈ ਮੇਰੀ ਵਿੱਦਿਆ ਦਾ, ਮੇਰੀ ਤਾਕਤ ਦਾ ਪਤਾ ਨਹੀਂ। ਤੇ ਪਾਤਸ਼ਾਹ ਕਹਿਣ ਲੱਗੇ, ਕੀ ਤਾਕਤ ਹੈ? ਕਹਿੰਦਾ, ਜੀ ਜਦੋਂ ਮੈਂ ਮੂਰਤੀ ਦਾ ਪੂਜਨ ਕਰਦਾ ਨਾ, ਸਾਰੀ ਧਰਮ ਦੀ ਕਿਰਿਆ ਕਰਦਾ, ਤੇ ਫਿਰ ਮੇਰਾ ਅੰਤਰ ਧਿਆਨ, ਅੰਦਰੋਂ ਧਿਆਨ ਜੁੜ ਜਾਂਦਾ, ਫਿਰ ਮੈਨੂੰ ਬਾਹਰੋਂ ਵੇਖਣ ਦੀ ਲੋੜ ਨਹੀਂ ਪੈਂਦੀ ਹੈ। ਜਦੋਂ ਮੇਰਾ ਧਿਆਨ ਜੁੜ ਜਾਂਦਾ ਫਿਰ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ, ਵੀ ਪਤਾਲ ਦੇ ਵਿੱਚ ਕੀ ਹੋ ਰਿਹਾ ਉਹ ਵੀ ਪਤਾ, ਮਾਤ ਲੋਕ ਇੱਥੇ ਕੀ ਹੋ ਰਿਹਾ ਉਹ ਵੀ ਮੈਨੂੰ ਪਤਾ ਲੱਗ ਜਾਂਦਾ, ਸਵਰਗਾਂ ਵਿੱਚ ਕੀ ਹੋ ਰਿਹਾ ਉਹ ਵੀ ਮੈਨੂੰ ਪਤਾ ਲੱਗਦਾ ਹੈ। ਮੈਂ ਐਡਾ ਵੱਡਾ ਗਿਆਨੀ ਹਾਂ, ਪਰ ਇਹ ਗਿਆਨ ਧਿਆਨ ਦੀਆਂ ਗੱਲਾਂ ਤੁਹਾਡੇ ਪੱਲੇ ਨਹੀਂ ਪੈਣਗੀਆਂ। ਤੁਸੀਂ ਅਨਪੜ੍ਹ ਲੋਕ ਹੋ, ਮੈਂ ਪੜ੍ਹਿਆ ਹੋਇਆ ਪੰਡਤ ਵਿਦਵਾਨ ਹਾਂ, ਤੁਹਾਨੂੰ ਇਹਨਾਂ ਗੱਲਾਂ ਬਾਰੇ ਸਮਝ ਨਹੀਂ ਹੈ। ਇੰਨੀ ਗੱਲ ਕਹਿ ਕੇ ਤੇ ਫਿਰ ਅੱਖਾਂ ਬੰਦ ਕਰ ਲਈਆਂ, ਫਿਰ ਉਸੇ ਤਰ੍ਹਾਂ ਸਮਾਧੀ ਲਾ ਲਈ। ਤੇ ਮਹਾਰਾਜ ਨੇ ਇਹਨੂੰ ਉਪਦੇਸ਼ ਦੇਣ ਵਾਸਤੇ, ਇਹਦਾ ਭਲਾ ਕਰਨ ਵਾਸਤੇ, ਜਿਹੜਾ ਇਹ ਪਖੰਡ ਕਰਦਾ ਪਿਆ, ਪਖੰਡ ਵੀ ਗੁਰਮੁਖੋ ਬੜਾ ਵੱਡਾ ਰੋਗ ਹੈ। ਜਿਵੇਂ ਕਿਸੇ ਨੂੰ ਰੋਗ ਲੱਗ ਜਾਵੇ ਨਾ, ਬਿਮਾਰੀ ਲੱਗ ਜਾਵੇ, ਤੇ ਸਿਆਣਾ ਡਾਕਟਰ ਜਿਹੜਾ ਬੜੇ ਚੰਗੇ ਤਰੀਕੇ ਨਾਲ ਫਿਰ ਇਲਾਜ ਕਰਦਾ, ਸਮਝਾਉਂਦਾ ਹੈ, ਉਹਨੂੰ ਪਰਹੇਜ਼ ਦੱਸਦਾ ਹੈ, ਸਾਰੇ ਯਤਨ ਕਰਦਾ ਵੀ ਇਹ ਬਿਮਾਰੀ ਤੋਂ, ਰੋਗ ਤੋਂ ਬਾਹਰ ਨਿਕਲ ਆਵੇ, ਨਾਲ ਹੌਸਲਾ ਵੀ ਦਿੰਦਾ ਵੀ ਤੇਰੇ ਤੋਂ ਵੀ ਜ਼ਿਆਦਾ ਭਿਆਨਕ ਬਿਮਾਰੀ ਵਾਲੇ ਵੀ ਠੀਕ ਹੋਏ, ਤੂੰ ਤੇ ਹੋ ਹੀ ਜਾਣਾ ਹੈ। ਭਾਵੇਂ ਕਿ ਡਾਕਟਰ ਦੇ ਮਨ ਵਿੱਚ ਇਹ ਕਿਤੇ ਨਾ ਕਿਤੇ ਗੱਲ ਹੋਵੇਗੀ, ਬਿਮਾਰੀ ਲਾ ਇਲਾਜ ਹੈ, ਪਰ ਇੱਕ ਵਾਰੀ ਮਰੀਜ਼ ਨੂੰ ਹੌਸਲਾ ਜ਼ਰੂਰ ਦਿੰਦਾ। ਹੁਣ ਸਤਿਗੁਰੂ ਪਾਤਸ਼ਾਹ ਵੀ ਇਹਦਾ ਰੋਗ ਦੂਰ ਕਰਨ ਵਾਸਤੇ ਨਾ ਹੌਸਲਾ ਦਿੰਦੇ ਪਏ। ਹੌਸਲਾ ਦੇਣ ਵਾਸਤੇ ਮਹਾਰਾਜ ਨੇ ਫਿਰ ਕੌਤਕ ਰਚਿਆ। ਉਹ ਜਿਹੜੀ ਮੂਰਤੀ ਪਈ ਸੀ ਨਾ ਸਾਹਮਣੇ, ਮਹਾਰਾਜ ਨੇ ਉਹ ਇਹਦੇ ਪਿੱਛੇ ਲੁਕਾ ਦਿੱਤੀ ਕਿਤੇ, ਆਪਣੀ ਤਾਕਤ ਦੇ ਨਾਲ, ਸ਼ਕਤੀ ਦੇ ਨਾਲ ਮੂਰਤੀ ਲੁਕਾਈ। ਤੇ ਕੁਝ ਸਮੇਂ ਬਾਅਦ ਜਦੋਂ ਪੰਡਤ ਨੇ ਨੇਤਰ ਖੋਲ੍ਹੇ ਤੇ ਸਾਹਮਣੇ ਮੂਰਤੀ ਨਹੀਂ ਹੈ, ਤੇ ਡਰ ਗਿਆ ਤੇ ਲੱਭਣ ਲੱਗ ਪਿਆ। ਸੱਜੇ ਖੱਬੇ ਸਾਰਿਆਂ ਥਾਵਾਂ ਤੇ ਵੇਖਦਾ, ਰਾਹ ਜਾਂਦੇ ਲੋਕਾਂ ਨੂੰ ਪੁੱਛਦਾ, ਕਹਿਣ ਲੱਗਾ, ਮੂਰਤੀ ਨਹੀਂ ਦੇਖੀ ਹੈ। ਕੁਝ ਮੂਰਤੀ ਦੇ ਸਾਹਮਣੇ ਪੈਸੇ ਵੀ ਇਸ ਨੇ ਰੱਖੇ ਸਨ, ਪੈਸੇ ਵੀ ਉੱਥੋਂ ਗਾਇਬ ਹੋ ਗਏ। ਹੈਰਾਨ ਹੋ ਕੇ ਪੁੱਛਦਾ ਪਿਆ, ਨਹੀਂ ਮਿਲਿਆ ਕਿਤੋਂ। ਸਤਿਗੁਰੂ ਸਾਹਮਣੇ ਬੈਠੇ ਸਾਰਾ ਕੌਤਕ ਵੇਖਦੇ ਪਏ। ਮਹਾਰਾਜ ਨੇ ਪੁੱਛ ਹੀ ਲਿਆ ਹੱਸ ਕੇ, ਕਹਿਣ ਲੱਗੇ, ਪੰਡਤ ਜੀ ਕੀ ਹੋਇਆ? ਕਹਿਣ ਲੱਗਾ, ਮਹਾਰਾਜ ਹੋਣਾ ਕੀ ਹੈ, ਮੂਰਤੀ ਸਾਹਮਣੇ ਰੱਖੀ ਹੈ, ਦਿਸਦੀ ਨਹੀਂ ਹੈ। ਕੁਝ ਮਾਇਆ ਸਾਹਮਣੇ ਪਈ ਸੀ, ਉਹ ਵੀ ਦਿਸਦੀ ਨਹੀਂ ਹੈ। ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਕਹਿੰਦੇ, ਪੰਡਤ ਜੀ ਉਹ ਮੂਰਤੀ ਫਿਰ ਤਿੰਨਾਂ ਲੋਕਾਂ ਤੋਂ ਬਾਹਰ ਤੇ ਨਹੀਂ ਨਾ ਗਈ, ਤਿੰਨਾਂ ਲੋਕਾਂ ਦੇ ਤੁਸੀਂ ਗਿਆਨੀ ਹੋ, ਵੇਖੋ ਕਿਤੇ ਪਤਾਲ ਵਿੱਚ ਪਈ ਹੋਵੇਗੀ, ਨਹੀਂ ਤੇ ਐਸ ਮਾਤ ਲੋਕ ਵਿੱਚ ਪਈ ਹੋਵੇਗੀ, ਤੇ ਵੱਧ ਤੋਂ ਵੱਧ ਦੇਵਤੇ ਲੈ ਗਏ ਹੋਣਗੇ ਸਵਰਗਾਂ ਵਿੱਚ, ਫਿਰ ਉੱਥੇ ਵੇਖੋ ਉੱਥੇ ਪਈ ਹੋਵੇਗੀ। ਤਿੰਨਾਂ ਲੋਕਾਂ ਵਿੱਚ ਕਿਤੇ ਨਾ ਕਿਤੇ ਤੇ ਪਈ ਹੋਈ ਹੈ। ਜਦੋਂ ਮਹਾਰਾਜ ਨੇ ਵਿਅੰਗ ਵਾਲਾ ਬਚਨ ਆਖਿਆ ਤੇ ਉਸ ਵੇਲੇ ਸਮਝ ਗਿਆ ਵੀ ਸਤਿਗੁਰੂ ਇਹ ਮੈਨੂੰ ਕਿਉਂ ਕਹਿੰਦੇ ਪਏ। ਹੱਥ ਜੋੜ ਕੇ ਆਖਦਾ, ਕਹਿੰਦਾ, ਮਹਾਰਾਜ ਜੇ ਤਿੰਨਾਂ ਲੋਕਾਂ ਦਾ ਹੀ ਗਿਆਨ ਹੋਵੇ ਤੇ ਮੈਂ ਇੱਥੇ ਆ ਕੇ ਬੈਠਾ। ਤਿੰਨਾਂ ਲੋਕਾਂ ਦਾ ਗਿਆਨ ਮੈਨੂੰ ਕੋਈ ਨਹੀਂ ਹੈ। ਮੈਂ ਤੇ ਕੇਵਲ ਇੱਕ ਇਹੋ ਜਿਹਾ ਭਰਮ ਫੈਲਾ ਕੇ, ਇਹੋ ਜਿਹਾ ਸਾਰੇ ਸਾਜ਼ਬਾਜ਼ ਵਿਖਾ ਕੇ, ਇਹ ਤੇ ਲੋਕਾਂ ਨੂੰ ਲੁੱਟਣ ਦਾ ਮੈਂ ਇੱਕ ਤਰੀਕਾ ਬਣਾਇਆ ਵੀ ਸਭ ਕੁਝ ਕਰਦਾ, ਧਰਮ ਕਰਮ ਦੇ ਕੰਮ ਕਰਦਾ, ਵੀ ਵੇਖੋ ਮੈਂ ਧਾਰਮਿਕ ਹਾਂ। ਲੋਕ ਫਿਰ ਮੈਨੂੰ ਆ ਕੇ ਨਮਸਕਾਰ ਕਰਦੇ, ਮਾਇਆ ਦਮੜਾ ਦਿੰਦੇ, ਤੇ ਮੈਂ ਉਹਦੇ ਨਾਲ ਗੁਜ਼ਾਰਾ ਕਰਦਾ।
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਤੇ ਫਿਰ ਭਰਮ ਦੀ ਕਿਰਿਆ ਨਾ, ਪਖੰਡ ਦੀ ਕਿਰਿਆ ਕਿਉਂ ਕਰਦਾ ਹੈ? ਪਖੰਡ ਨਾ ਕਰ, ਜੋ ਅਸਲੀਅਤ ਹੈ ਉਹ ਸਾਹਮਣੇ ਲੈ ਕੇ ਆ। ਪਖੰਡ ਨਹੀਂ ਕਰਨਾ ਚਾਹੀਦਾ, ਭਰਮ ਨਹੀਂ ਕਰਨਾ ਚਾਹੀਦਾ। ਤੇ ਪੰਡਤ ਕਹਿਣ ਲੱਗਾ ਦਿਜ ਕਹਿ ਕੂਰ ਬਹੀਨ ਜਗ, ਚੱਲੇ ਨਾ ਕਬ ਗੁਜਰਾਨ। ਕਹਿਣ ਲੱਗਾ ਮਹਾਰਾਜ ਝੂਠ ਤੋਂ ਬਿਨਾਂ ਸੰਸਾਰ ਵਿੱਚ ਗੁਜ਼ਾਰਾ ਚੱਲਦਾ ਹੀ ਨਹੀਂ ਹੈ। ਜਿੰਨਾ ਵੱਡਾ ਕੋਈ ਫਰੇਬ ਕਰੇਗਾ, ਜਿੰਨਾ ਵੱਡਾ ਕੋਈ ਪਖੰਡ ਕਰੇਗਾ, ਉਹਦਾ ਸਿੱਕਾ ਉਨਾ ਹੀ ਜ਼ਿਆਦਾ ਚੱਲੇਗਾ, ਉਹਦੀ ਦੁਕਾਨ ਉਨੀ ਜ਼ਿਆਦਾ ਚੱਲੇਗੀ। ਤੁਸੀਂ ਮੈਨੂੰ ਆਖਦੇ ਹੋ ਵੀ ਪੰਡਤ ਜੀ ਪਖੰਡ ਨਾ ਕਰੋ, ਜੇ ਮੈਂ ਪਖੰਡ ਨਾ ਕਰਾਂ, ਅੱਖਾਂ ਬੰਦ ਕਰਕੇ ਨਾ ਬੈਠਾਂ, ਤਿਲਕ ਵਗੈਰਾ ਨਾ ਲਾਵਾਂ, ਮੂਰਤੀ ਦਾ ਪੂਜਨ ਨਾ ਕਰਾਂ, ਹੱਥ ਵਿੱਚ ਮਾਲਾ ਫੜ ਕੇ ਰਾਮ ਰਾਮ ਨਾ ਕਰਾਂ, ਤੇ ਦੁਨੀਆ ਦੇ ਲੋਕ ਮੈਨੂੰ ਸਿੱਕਾ ਮਾਇਆ ਦੇਣਗੇ ਨਹੀਂ, ਤੇ ਗੁਜ਼ਾਰਾ ਕਿਵੇਂ ਹੋਵੇਗਾ? ਦਿਜ ਕਹਿ ਕੂਰ ਬਹੀਨ ਜਗ। ਪੰਡਤ ਕਹਿ ਰਿਹਾ, ਕਹਿੰਦਾ ਜੀ ਇਹ ਜਿਹੜਾ ਸੰਸਾਰ ਹੈ ਨਾ, ਝੂਠ ਤੋਂ ਬਿਨਾਂ ਚੱਲੇ ਨਾ ਕਬ ਗੁਜਰਾਨ, ਇੱਥੇ ਗੁਜ਼ਾਰਾ ਨਹੀਂ ਚੱਲਦਾ। ਝੂਠ ਬੋਲਾਂਗੇ ਤੇ ਗੁਜ਼ਾਰਾ ਮਹਾਰਾਜ ਤਾਂ ਹੋਣਾ। ਤੇ ਦੂਜਾ ਬਚਨ ਆਖਿਆ, ਕਹਿਣ ਲੱਗੇ ਸਭ ਪਖੰਡ ਕੋ ਪੂਜੇ ਹੀ। ਦੁਨੀਆ ਦੇ ਲੋਕ ਪਖੰਡ ਦੀ ਪੂਜਾ ਕਰਦੇ। ਜਿੰਨਾ ਵੱਡਾ ਪਖੰਡ ਹੈ, ਜ਼ਿਆਦਾ ਚੇਲੇ ਕੋਲ ਨੇ, ਜ਼ਿਆਦਾ ਭ੍ਰਮਣ ਹੈ। ਭਰਮ ਜਿੰਨਾ ਜ਼ਿਆਦਾ ਫੈਲਾਇਆ ਗਿਆ, ਜਿੱਡਾ ਵੱਡਾ ਜਾਲ ਹੈ, ਉਹਨੇ ਲੋਕ ਜ਼ਿਆਦਾ ਫਸਣਗੇ ਆ ਕੇ। ਸਭ ਪਖੰਡ ਕੋ ਪੂਜੇ, ਸਾਰੀ ਦੁਨੀਆ ਪਖੰਡ ਪੂਜਦੀ ਹੈ, ਸਿੱਧੇ ਸਾਧੇ ਮਨੁੱਖ ਨੂੰ ਕੋਈ ਨਹੀਂ ਜਾਣਦਾ। ਪਰ ਤੁਸੀਂ ਕੱਪੜੇ ਦੁਨੀਆ ਨਾਲੋਂ ਵੱਖਰੇ ਪਾ ਲਓ, ਪੱਗ ਤੁਸੀਂ ਦੁਨੀਆ ਨਾਲੋਂ ਵੱਖਰੇ ਸਟਾਈਲ ਦੀ ਬੰਨ੍ਹ ਲਵੋ, ਤੁਹਾਡੇ ਕੱਪੜਿਆਂ ਦਾ ਰੰਗ ਦੂਜਿਆਂ ਨਾਲੋਂ ਵੱਖਰਾ ਹੋ ਜਾਵੇ, ਤੁਹਾਡੇ ਬਹਿਣ ਉੱਠਣ ਦਾ ਤਰੀਕਾ ਵੱਖਰਾ ਹੋ ਜਾਵੇ, ਚਾਰ ਚੇਲੇ ਨਾਲ ਜੈ ਜੈਕਾਰ ਕਰਨ ਵਾਲੇ ਹੋ ਜਾਣ, ਤੁਹਾਡੇ ਝੂਠ ਨੂੰ ਸੱਚ ਕਰਕੇ ਦੁਨੀਆ ਵਿੱਚ ਫੈਲਾਇਆ ਜਾਵੇ, ਤੁਸੀਂ ਆਦੀ ਮਹਾਤਮਾ ਬਣ ਗਏ। ਮਹਾਤਮਾ ਸੰਤ ਬਣਨ ਵਾਸਤੇ ਡਿਗਰੀ ਲੈਣ ਦੀ ਲੋੜ ਕੋਈ ਨਹੀਂ ਹੈ। ਜਿੱਡਾ ਵੱਡਾ ਪਖੰਡ ਹੈ, ਉੱਡੀ ਵੱਡੀ ਮਹਿਮਾ। ਕਹਿਣ ਲੱਗਾ ਮਹਾਰਾਜ ਪਾਤਸ਼ਾਹ ਜੀਓ ਸਭ ਪਖੰਡ ਕੋ ਪੂਜੇ ਹੀ। ਸਾਰੇ ਲੋਕ ਪਖੰਡ ਨੂੰ ਪੂਜਦੇ ਹਨ। ਸਕੈ ਨਾ ਸਾਚ ਪਛਾਣ, ਦੁਨੀਆ ਦੇ ਲੋਕ ਸੱਚ ਨੂੰ ਪਛਾਣਨਾ ਹੀ ਨਹੀਂ ਚਾਹੁੰਦੇ, ਤੇ ਮੈਂ ਸੱਚ ਕਿਉਂ ਵਿਖਾਵਾਂ? ਇਹ ਪੰਡਤ ਦੀ ਮਨੋਦਸ਼ਾ ਹੈ। ਝੂਠ ਬੋਲ ਬਹੁ ਬਾਤੈ ਜਾਣੈ। ਬੰਦਾ ਝੂਠ ਬੋਲਣਾ ਜਾਣਦਾ ਹੋਵੇ ਤੇ ਗੱਲਾਂ ਬਹੁਤੀਆਂ ਕਰਨੀਆਂ ਆਉਂਦੀਆਂ ਹੋਣ, ਇੱਕ ਦੀਆਂ ਚਾਰ ਅੱਗੋਂ ਸੁਣਾਵੇ, ਇਹੋ ਜਿਹਾ ਘੜ ਕੇ ਜਵਾਬ ਦੇਵੇ, ਦੁਨੀਆ ਆਖੇ ਵੀ ਇਹ ਬੜਾ ਵੱਡਾ ਗਿਆਨੀ ਹੈ, ਬਹੁਤ ਇਸ ਨੂੰ ਗਿਆਨ ਹੈ। ਬਚਨ ਕਰਦੇ ਪਏ, ਕਹਿਣ ਲੱਗੇ ਝੂਠ ਬੋਲ ਬਾਤੈ ਬਹੁ ਜਾਣੈ, ਭੀਖ ਦੰਭ ਕੋ ਨਰਸਨ ਮੰਨੈ। ਦੁਨੀਆ ਦੇ ਲੋਕ ਪਖੰਡ ਨੂੰ ਵੇਖ ਕੇ ਬੜਾ ਸਨਮਾਨ ਕਰਦੇ, ਫਿਰ ਤੇ ਨਿਉ ਕੇ ਮੱਥਾ ਟੇਕਦੇ, ਲੰਮੇ ਪੈ ਕੇ ਜੈ ਹੋਵੇ ਜੈ ਹੋਵੇ। ਜਦੋਂ ਇਹ ਪੰਡਤ ਨੇ ਬਚਨ ਆਖੇ ਤੇ ਮਹਾਰਾਜ ਕਹਿਣ ਲੱਗੇ ਠੀਕ ਹੈ, ਦੁਨੀਆ ਨੂੰ ਭਰਮਾ ਲਵੇਂਗਾ, ਦੁਨੀਆ ਕੋਲੋਂ ਜੈ ਜੈਕਾਰ ਕਰਵਾ ਲਵੇਂਗਾ, ਪਰ ਪੰਡਤ ਜੀ ਰੱਬ ਦੇ ਅੱਗੇ ਨਹੀਂ ਨਾ ਪਖੰਡ ਚੱਲਣਾ, ਪਰਮੇਸ਼ਰ ਦੇ ਅੱਗੇ ਨਹੀਂ ਚੱਲਣਾ। ਉੱਥੇ ਤੇ ਸਭ ਕੁਝ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਹੋ ਜਾਣਾ। ਉੱਥੇ ਪਖੰਡ ਦਾ ਵੀ ਪਤਾ ਲੱਗ ਜਾਣਾ, ਭਰਮ ਦਾ ਵੀ ਪਤਾ ਲੱਗ ਜਾਣਾ। ਉੱਥੇ ਕੋਈ ਗੱਲ ਗੁੱਝੀ ਛੁਪੀ ਰਹਿਣ ਵਾਲੀ ਨਹੀਂ ਹੈ। ਤੇ ਜਿਹੜੇ ਤੁਸੀਂ ਧਨ ਦੀ ਗੱਲ ਕਰਦੇ ਹੋ ਨਾ, ਧਨ ਬਿਨਾਂ ਗੁਜ਼ਾਰਾ ਨਹੀਂ ਚੱਲਦਾ। ਮਹਾਰਾਜ ਕਹਿੰਦੇ ਆਪਣੇ ਪਿੱਛੇ ਜਿੱਥੇ ਬੈਠਾ ਨਾ ਪੰਡਤ, ਇਹਦੇ ਪਿਛਲੇ ਬੰਨੇ ਕੁਝ ਜਗ੍ਹਾ ਪੱਟ ਦੇ, ਧਨ ਦੀ ਗੱਲ ਕਰਦਾ ਤੇ ਵੇਖ ਪਰਮਾਤਮਾ ਦੀਆਂ ਨਿਆਮਤਾਂ। ਤੇ ਕਹਿਣ ਲੱਗੇ ਪੰਡਤ ਨੇ ਬਚਨ ਮੰਨਿਆ, ਥੋੜ੍ਹੀ ਜਿਹੀ ਧਰਤੀ ਪੱਟੀ ਹੈ, ਥੱਲੇ ਖਜ਼ਾਨਾ ਮਿਲ ਗਿਆ ਮਾਇਆ ਦਾ। ਵੇਖ ਕੇ ਬੜਾ ਹੈਰਾਨ ਹੋਇਆ ਤੇ ਸਤਿਗੁਰਾਂ ਦੀ ਮਹਿਮਾ ਜਾਣ ਕੇ ਚਰਨਾਂ ਤੇ ਪੈ ਗਿਆ। ਕਹਿਣ ਲੱਗਾ ਮਹਾਰਾਜ ਮੈਂ ਤੁਹਾਨੂੰ ਜਾਣ ਨਹੀਂ ਸਕਿਆ, ਤੁਹਾਡੀ ਉਪਮਾ ਦੇ ਖਿਲਾਫ, ਤੁਹਾਡੀ ਸ਼ਾਨ ਦੇ ਖਿਲਾਫ ਮੈਂ ਕਈ ਬਚਨ ਕਹਿ ਦਿੱਤੇ, ਪਰ ਮੈਨੂੰ ਹੁਣ ਪਤਾ ਲੱਗਾ ਵੀ ਆਪ ਜੀ ਪੂਰਨ ਸੰਤ ਹੋ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਇਹ ਕੌਤਕ ਵਰਤਾਇਆ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨਾ ਇਹ ਜੋ ਸ਼ਬਦ ਆਪਾਂ ਸਰਵਣ ਕਰਨ ਜਾ ਰਹੇ ਹਾਂ, ਇਹ ਗੁਰੂ ਪਾਤਸ਼ਾਹ ਨੇ ਸ਼ਬਦ ਜਿਹੜਾ ਸਾਨੂੰ ਬਖਸ਼ਿਸ਼ ਕੀਤਾ। ਮਹਾਰਾਜ ਫਰਮਾਉਂਦੇ ਹਨ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਸਤਯੁਗ ਦਾ ਸਮਾਂ ਨਹੀਂ ਹੈ ਸੱਚ ਬੋਲਣਾ। ਸਤਯੁਗ ਦੇ ਵਿੱਚ ਲੋਕ ਸੱਚ ਬੋਲਦੇ ਸਨ, ਪਰ ਸੱਚ ਬੋਲਣ ਦਾ ਸਮਾਂ ਕਲਯੁਗ ਹੋਣ ਕਰਕੇ ਲੋਕਾਂ ਕੋਲ ਹੈ ਹੀ ਨਹੀਂ। ਕੂੜ ਬੋਲ ਮੁਰਦਾਰ ਖਾਏ। ਝੂਠ ਬੋਲਣਾ ਤੇ ਫਿਤਰਤ ਬਣ ਗਈ ਹੈ, ਸੁਭਾਅ ਹੀ ਬਣ ਗਿਆ। ਲੋੜ ਪਵੇ ਤਾਂ ਵੀ ਬੋਲਦਾ, ਨਾ ਲੋੜ ਪਵੇ ਤਾਂ ਵੀ ਬੋਲਦਾ।
ਦੁਨੀਆ ਨੂੰ ਆਪਣੇ ਆਪ ਵਿਖਾਉਣ ਵਾਸਤੇ ਬਿਨਾਂ ਗੱਲ ਤੋਂ ਝੂਠ ਬਣਾਉਂਦਾ ਹੈ। ਮੇਰਾ ਪਰਿਵਾਰ ਇਹ ਕਰਦਾ ਹੈ, ਮੇਰੀ ਇਸ ਵੇਲੇ ਆ ਪੋਜੀਸ਼ਨ ਹੈ, ਮੇਰੇ ਕੋਲ ਇਹੋ ਜਿਹਾ ਲੀੜੇ ਕੱਪੜੇ ਨੇ, ਮੇਰੇ ਕੋਲ ਇਹੋ ਜਿਹਾ ਘਰ-ਬਾਰ ਹੈ, ਮੈਨੂੰ ਇਹੋ ਜਿਹਾ ਸੁੱਖ ਮਿਲੇ ਨੇ। ਭਾਵੇਂ ਕਿ ਮਿਲਿਆ ਉਹੋ ਜਿਹਾ ਕੁਝ ਨਹੀਂ ਹੈ ਜਿਹੋ ਜਿਹਾ ਦੁਨੀਆ ਨੂੰ ਦੱਸਦਾ ਪਿਆ, ਪਰ ਦੱਸਦਾ ਪਿਆ ਵੀ ਦੁਨੀਆ ਮੈਨੂੰ ਮਾਣ ਸਨਮਾਨ ਦੇਵੇ। ਇਹ ਚੰਗੇ ਖਾਨਦਾਨ ਵਿੱਚੋਂ ਹੈ, ਚੰਗੇ ਪਰਿਵਾਰ ਵਿੱਚੋਂ ਹੈ, ਬੜਾ ਧਨੀ ਹੈ, ਬੜਾ ਚੰਗੇ ਗੁਣਾਂ ਵਾਲਾ ਹੈ। ਦੁਨੀਆ ਨੂੰ ਹਰੇਕ ਟਾਈਮ 'ਤੇ ਝੂਠ ਬੋਲਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਕਲਯੁਗ ਦਾ ਸਮਾਂ ਹੀ ਇਹੋ ਜਿਹਾ ਭਿਆਨਕ ਹੈ, ਹੁਣ ਸਤਿਯੁਗ ਵਾਂਗ ਸੱਚ ਬੋਲਣ ਦਾ ਸਮਾਂ ਰਹਿ ਹੀ ਨਹੀਂ ਗਿਆ ਕਿਸੇ ਕੋਲ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਹ। ਕਲਯੁਗ ਦੇ ਰੱਥ ਨੂੰ ਚਲਾਉਂਦਾ ਹੀ ਝੂਠ ਪਿਆ। ਝੂਠ ਹੋਵੇਗਾ ਤੇ ਕਲਯੁਗ ਚੱਲੇਗਾ, ਜੇ ਝੂਠ ਨਹੀਂ ਹੋਵੇਗਾ ਤੇ ਕਲਯੁਗ ਦਾ ਰੱਥ ਅੱਗੇ ਰਿੜਨਾ ਕੋਈ ਨਹੀਂ ਹੈ, ਤੁਰਨਾ ਕੋਈ ਨਹੀਂ ਹੈ। ਸਤਿਯੁਗ ਦਾ ਸਮਾਂ ਤੇ ਚੱਲਦਾ ਝੂਠ ਦੇ ਆਸਰੇ ਆ, ਤੇ ਤਮਾਮ ਦੁਨੀਆ ਦੇ ਲੋਕ ਝੂਠ ਦਾ ਆਸਰਾ ਲੈਂਦੇ, ਕੋਈ ਥੋੜ੍ਹਾ ਲੈਂਦਾ, ਕੋਈ ਬਹੁਤਾ ਲੈਂਦਾ ਹੈ। ਸਤਿਗੁਰਾਂ ਨੇ ਤਾਂ ਹੀ ਆਖਿਆ, ਸਾਡਾ ਸਿੱਖ ਝੂਠ ਵਾਲਾ ਬਚਨ ਮੂੰਹੋਂ ਨਾ ਕਵੇ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ ਨਾ, ਉੱਥੇ ਇੱਕ ਬਚਨ ਇਹ ਵੀ ਕਿਹਾ ਜਾਂਦਾ ਵੀ ਝੂਠ ਵਾਲਾ ਬਚਨ ਮੂੰਹੋਂ ਨਹੀਂ ਕਹਿਣਾ, ਸੱਚ ਬੋਲਣਾ ਹੈ। ਪਰ ਸੰਸਾਰ ਦੇ ਲੋਕ ਝੂਠ ਦਾ ਆਸਰਾ ਲੈਂਦੇ। ਕਹਿਣ ਲੱਗੇ, ਕਾਲ ਨਹੀਂ, ਇਸ ਵੇਲੇ ਸਤਿਯੁਗ ਵਾਲਾ ਸਮਾਂ ਨਹੀਂ ਹੈ ਸੱਚ ਬੋਲਣ ਦਾ। ਕਲਯੁਗ ਜਾਣ ਕੇ ਲੋਕ ਝੂਠ ਬੋਲਦੇ ਹਨ। ਤਾਨ ਸੱਟ ਜਗ ਭ੍ਰਿਸ਼ਟ ਹੋਏ। ਯੋਗ ਨਹੀਂ ਦੂਜਾ ਬਚਨ ਮਹਾਰਾਜ ਕਰਦੇ ਵੀ ਹੁਣ ਤ੍ਰੇਤਾ ਯੁੱਗ ਹੋਣ ਕਰਕੇ ਜੁੜਨ ਦਾ ਸਮਾਂ ਵੀ ਨਹੀਂ ਹੈ। ਤ੍ਰੇਤੇ ਯੁੱਗ ਦੇ ਵਿੱਚ ਨਾ ਲੋਕ ਬੜੀਆਂ ਬੜੀਆਂ ਲੰਮੀਆਂ ਸਮਾਧੀਆਂ ਲਾਉਂਦੇ, ਜੁੜੇ ਰਹਿੰਦੇ ਪਰਮਾਤਮਾ ਦੇ ਧਿਆਨ ਦੇ ਵਿੱਚ। ਕਹਿਣ ਲੱਗੇ, ਭਾਈ ਇਸ ਕਲਯੁਗ ਦੇ ਵਿੱਚ ਤੇ ਕੋਈ ਧਿਆਨ ਲਾਉਣਾ ਵੀ ਪਸੰਦ ਨਹੀਂ ਕਰਦਾ। ਧਿਆਨ ਲਾ ਕੇ ਬੈਠਣਾ ਤੇ ਆਉਂਦਾ ਹੀ ਨਹੀਂ ਹੈ। ਧਿਆਨ ਜੋੜਨਾ ਤੇ ਵੱਖਰੀ ਗੱਲ, ਇਹਨਾਂ ਨੂੰ ਤੇ ਬੈਠਣਾ ਤੱਕ ਨਹੀਂ ਆਉਂਦਾ ਹੈ। ਪਹਿਲੇ ਸਮੇਂ ਵਿੱਚ ਨਾ ਰਿਸ਼ੀ ਮੁਨੀ ਸਾਧੂ ਸੰਤ ਜਿਹੜੇ ਸਨ, ਚੌਂਕੜਾ ਲਾ ਕੇ ਸਿੱਧੀ ਪਿੱਠ ਕਰਕੇ ਕਈ ਕਈ ਘੰਟੇ ਜੁੜੇ ਰਹਿੰਦੇ ਪਰਮਾਤਮਾ ਦੇ ਸਿਮਰਨ ਵਿੱਚ। ਪਰ ਕਲਯੁਗ ਦੇ ਲੋਕਾਂ ਦੇ ਤੇ ਲੱਕ ਪੀੜ ਹੁੰਦੇ ਨੇ, ਦਰਦ ਹੁੰਦੀ ਹੈ, ਲੱਤਾਂ ਦਰਦ ਕਰਦੀਆਂ ਨੇ, ਕਿਸੇ ਨੂੰ ਸਰਵਾਈਕਲ ਹੋਇਆ, ਕਿਸੇ ਨੂੰ ਕੋਈ ਬਿਮਾਰੀ ਹੈ, ਕਿਸੇ ਨੂੰ ਗੋਡਾ ਦੁਖਦਾ, ਮੋਢਾ ਦੁਖਦਾ। ਨਹੀਂ, ਕਲਯੁਗ ਦੇ ਵਿੱਚ ਬੈਠਣ ਦਾ ਇਹਨਾਂ ਕੋਲ ਸਮਾਂ ਹੀ ਹੈ ਨਹੀਂ ਹੈ, ਤਰੀਕਾ ਹੀ ਕੋਈ ਨਹੀਂ ਹੈ। ਨਾ ਇਹ ਬੈਠ ਸਕਦੇ, ਨਾ ਇਹ ਧਿਆਨ ਜੋੜ ਸਕਦੇ। ਮਹਾਰਾਜ ਕਹਿਣ ਲੱਗੇ, ਯੋਗ ਨਹੀਂ, ਤ੍ਰੇਤੇ ਯੁੱਗ ਵਰਗਾ ਜੁੜਨਾ ਇਹਨਾਂ ਕਲਯੁਗੀ ਲੋਕਾਂ ਦੇ ਕੋਲ ਨਹੀਂ, ਉਸ ਤਰ੍ਹਾਂ ਜੁੜ ਨਹੀਂ ਸਕਦੇ ਹਨ। ਨਾਹੀ ਸਤ ਕਾ ਢੱਬ। ਅਤੇ ਇਸੇ ਤਰ੍ਹਾਂ ਦੁਆਪਰ ਯੁੱਗ ਵਰਗਾ ਇਹਨਾਂ ਦੇ ਕੋਲ ਤਪ ਕਰਨ ਦਾ ਵੀ ਤਰੀਕਾ ਨਹੀਂ ਹੈ। ਸੱਚ ਤੋਂ ਭਾਵ ਇੱਥੇ ਲੈ ਲੈਣਾ ਗੁਰਮੁਖੋ ਤਪ, ਤੇ ਢੱਬ ਤੋਂ ਭਾਵ ਹੈ ਸਬੱਬ। ਦੁਆਪਰ ਯੁੱਗ ਦੇ ਵਿੱਚ ਲੋਕ ਤਪ ਕਰਦੇ ਸਨ, ਧੂਣੀਆਂ ਧੌਣੀਆਂ ਜਲ ਧਾਰੇ ਕਰਨੇ, ਬੜੇ ਬੜੇ ਮੰਤਰਾਂ ਦਾ ਜਾਪ ਕਰਨਾ। ਪਰ ਕਹਿਣ ਲੱਗੇ ਵੀ ਉਹ ਮੰਤਰਾਂ ਦਾ ਜਾਪ ਹੁਣ ਕਲਯੁਗ ਦੇ ਲੋਕਾਂ ਕੋਲੋਂ ਕੋਈ ਨਹੀਂ ਹੁੰਦਾ। ਨਾ ਇਹ ਧੂਣੀ ਤਾ ਸਕਦੇ, ਨਾ ਇਹ ਜਲ ਧਾਰਾ ਕਰ ਸਕਦੇ। ਨਹੀਂ, ਇਹ ਸਮਾਂ ਹੀ ਨਹੀਂ ਰਹਿ ਗਿਆ ਕਲਯੁਗ ਦੇ ਵਿੱਚ, ਇਹ ਕਿਰਿਆ ਹੋ ਹੀ ਨਹੀਂ ਰਹੀ ਲੋਕਾਂ ਦੇ ਕੋਲੋਂ। ਨਾ ਕੋਈ ਸੱਚ ਬੋਲਣ ਨੂੰ ਤਿਆਰ ਹੈ, ਨਾ ਕੋਈ ਪ੍ਰਮਾਤਮਾ ਨਾਲ ਜੁੜਨ ਨੂੰ ਤਿਆਰ ਹੈ, ਤੇ ਨਾ ਕੋਈ ਤਪ ਕਰਨ ਨੂੰ ਤਿਆਰ ਹੈ। ਇਹ ਕਲਯੁਗ ਦੇ ਸਮੇਂ ਦੀ ਐਸੀ ਹਾਲਤ ਸੰਸਾਰੀ ਲੋਕਾਂ ਦੀ ਬਣ ਗਈ ਹੈ। ਐਸੇ ਸੁਭਾਅ ਵਾਲੇ ਦੁਨੀਆ ਦੇ ਲੋਕ ਬਣ ਗਏ ਹਨ। ਤਾਨ ਸੱਟ ਜਗ ਭ੍ਰਿਸ਼ਟ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਥਨਸਟ ਜਗ ਭ੍ਰਿਸ਼ਟ ਹੋਏ। ਇਹ ਭਾਈ ਜਿਹੜਾ ਜਗ ਸੰਸਾਰ ਹੈ ਨਾ, ਦੁਨੀਆ ਦੇ ਲੋਕ ਆਪੋ ਆਪਣੇ ਧਰਮ ਮੁਤਾਬਕ ਆਪੋ ਆਪਣੇ ਇਸ਼ਟ ਦੀ ਪੂਜਾ ਕਰਨੀ, ਆਪੋ ਆਪਣੇ ਇਸ਼ਟ ਨੂੰ ਪੂਜਣਾ, ਧਰਮ ਨੂੰ ਪੂਜਣਾ, ਧਾਰਮਿਕ ਸਥਾਨਾਂ ਨੂੰ ਪੂਜਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹਨਾਂ ਲੋਕਾਂ ਨੇ ਤੇ ਧਾਰਮਿਕ ਸਥਾਨ ਹੀ ਭ੍ਰਿਸ਼ਟ ਕਰ ਦਿੱਤੇ, ਜਗ ਭ੍ਰਿਸ਼ਟ ਹੋਏ। ਇਹ ਜਗਤ ਦੇ ਲੋਕਾਂ ਨੇ ਭ੍ਰਿਸ਼ਟ ਕਰ ਦਿੱਤੇ ਧਾਰਮਿਕ ਸਥਾਨ, ਜਿੱਥੇ ਧਰਮ ਦੀ ਗੱਲ ਹੁੰਦੀ ਹੈ, ਨਾਮ ਜਪਿਆ ਜਾਂਦਾ ਹੈ, ਰੱਬ ਦੀ ਗੱਲ ਕਹੀ ਜਾਂਦੀ ਹੈ। ਲੋਕ ਤੇ ਉੱਥੇ ਜਾ ਕੇ ਵੀ ਕੁਕਰਮ ਕਰਨੋਂ ਨਹੀਂ ਹਟਦੇ। ਚਾਹੇ ਤੁਸੀਂ ਚਲੇ ਜਾਓ ਨਾ, ਕਿਸੇ ਵੀ ਸ਼ਹਿਰ ਚਲੇ ਜਾਓ, ਕਿਸੇ ਵੀ ਧਾਰਮਿਕ ਸਥਾਨ ਚਲੇ ਜਾਓ, ਤੰਬਾਕੂ ਦੀ ਬੜੀ ਭਰਮਾਰ ਹੈ, ਬੀੜੀ ਸਿਗਰਟ ਦੀ ਬੜੀ ਭਮਾਰ ਹੋਈ ਪਈ ਹੈ। ਬਹੁਤਾ ਇਹ ਜਿਹੜਾ ਹੈ ਇਸ ਤਰ੍ਹਾਂ ਦਾ ਦੁੱਖ ਵਾਲਾ ਸਮਾਂ ਇਹ ਚੱਲਦਾ ਪਿਆ। ਜਿੰਨਾ ਨਸ਼ਾ ਧਾਰਮਿਕ ਸਥਾਨ 'ਤੇ ਕੀਤਾ ਜਾਂਦਾ, ਔਰ ਧਾਰਮਿਕ ਸਥਾਨ 'ਤੇ ਰਹਿਣ ਵਾਲੇ ਲੋਕ ਵੀ ਕਰਦੇ। ਕੋਈ ਸਮਾਂ ਸੀ, ਕਹਿਣ ਲੱਗੇ, ਜਦੋਂ ਬ੍ਰਾਹਮਣ ਦੇ ਘਰੇ ਪੁੱਤਰ ਪੈਦਾ ਹੁੰਦਾ ਸੀ ਨਾ, ਤੇ ਇੰਦਰ ਦਾ ਸਿੰਘਾਸਨ ਡੋਲਦਾ ਸੀ ਵੀ ਇਹ ਕਿਤੇ ਤਪ ਕਰਕੇ ਤੇ ਮੇਰਾ ਸਿੰਘਾਸਨ ਨਾ ਖੋਹ ਲਵੇ।
ਤੇ ਕਲਯੁਗ ਦਾ ਸਮਾਂ ਇਹੋ ਜਿਹਾ, ਬ੍ਰਾਹਮਣ ਦਾ ਪੁੱਤਰ ਪੈਦਾ ਹੁੰਦਾ ਤੇ ਉਸ ਵੇਲੇ ਤੰਬਾਕੂ ਦੇ ਪੱਤੇ ਡੋਲਦੇ ਨੇ ਵੀ ਜਿੰਨਾ ਇਹਨੇ ਪੀਣਾ ਉਹਨਾਂ ਕਿਸੇ ਨੇ ਪੀਣਾ ਨਹੀਂ ਹੈ। ਸਮਾਂ ਬਦਲ ਗਿਆ ਨਾ, ਮੱਤ ਬਦਲ ਗਈ ਹੈ, ਕਰਮ ਬਦਲ ਗਏ ਨੇ। ਕਲਯੁਗ ਦੇ ਵਿੱਚ ਨਸ਼ੇ ਦੇ ਵਿੱਚ ਲੋਕ ਲੱਗ ਗਏ, ਕੁਕਰਮੀ ਹੋ ਗਏ, ਪਤਿਤ ਹੋ ਗਏ, ਡਿੱਗ ਗਿਆ ਜੀਵਨ। ਐਸੇ ਗਰਕੇ ਹੋਏ ਜੀਵਨ ਵਾਲੇ ਲੋਕ ਧਾਰਮਿਕ ਸਥਾਨਾਂ 'ਤੇ ਵੀ ਰਹਿੰਦੇ ਨੇ। ਵੱਡੇ ਵੱਡੇ ਜਿਹੜੇ ਕਾਜੀ ਨੇ ਜਾਂ ਮਹੰਤ ਨੇ ਜਾਂ ਇਸੇ ਤਰ੍ਹਾਂ ਪੁਜਾਰੀ ਨੇ, ਧਰਮ ਦੇ ਠੇਕੇਦਾਰ, ਧਰਮ ਨੂੰ ਚਲਾਉਣ ਵਾਲੇ ਜਿੰਨੇ ਉਹ ਗਿਰੇ ਹੋਏ, ਉਨੇ ਹੀ ਸੰਸਾਰ ਦੇ ਲੋਕ ਗਿਰੇ ਹੋਏ। ਧਾਰਮਿਕ ਸਥਾਨ 'ਤੇ ਕੋਈ ਹੈ ਜਿਹੜਾ ਪੂਰਨ ਤੌਰ 'ਤੇ ਜੀਵਨ ਬਚਾ ਕੇ ਰੱਖਿਆ, ਨਹੀਂ ਤਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸਿਓਂ ਇਹ ਕਿਸੇ ਨੂੰ ਸਿਉਂਕ ਲੱਗੀ ਜ਼ਰੂਰ ਹੈ, ਇਹ ਦੀਮਕ ਲੱਗੀ ਹੋਈ ਹੈ। ਕੋਈ ਕਿਸੇ ਪਾਸਿਓਂ ਖਾਧਾ ਜਾ ਰਿਹਾ, ਕੋਈ ਕਿਸੇ ਪਾਸਿਓਂ ਖਾਧਾ ਜਾ ਰਿਹਾ, ਤੇ ਰਹਿੰਦੀ ਕਸਰ ਦੁਨੀਆ ਦੇ ਲੋਕਾਂ ਨੇ ਕੱਢ ਦਿੱਤੀ ਹੈ। ਧਾਰਮਿਕ ਸਥਾਨਾਂ 'ਤੇ ਪਿਕਨਿਕ ਮਨਾਉਣ ਚਲੇ ਜਾਂਦੇ, ਚਲੋ ਜਾਵਾਂਗੇ, ਘੁੰਮ ਫਿਰ ਕੇ ਆਵਾਂਗੇ, ਉੱਥੇ ਪਾਰਟੀਆਂ ਕੀਤੀਆਂ ਜਾਂਦੀਆਂ, ਕੁਕਰਮ ਕੀਤੇ ਜਾਂਦੇ, ਤੇ ਵਿਆਹ ਤੋਂ ਪਹਿਲਾਂ ਹੀ ਜੋੜੇ ਬਣ ਬਣ ਕੇ ਧਾਰਮਿਕ ਸਥਾਨਾਂ ਦਾ ਬਹਾਨਾ ਲਾ ਲਾ ਕੇ ਉੱਥੇ ਪਹੁੰਚਿਆ ਜਾਂਦਾ। ਸੋ ਰੋ ਵਿਚਾਰ ਕਹਿਣ ਲੱਗੇ ਕਲਯੁਗ ਦੇ ਲੋਕਾਂ ਨੇ ਭਾਈ ਧਾਰਮਿਕ ਸਥਾਨ 'ਤੇ ਭ੍ਰਸ਼ਟੀ ਕਰ ਸੁੱਟੇ ਨੇ। ਧਾਰਮਿਕ ਸਥਾਨ ਦਾ ਕੋਈ ਇਹਨਾਂ ਦੇ ਮਨ ਵਿੱਚ ਨਾ ਖੌਫ ਹੈ ਨਾ ਸਤਿਕਾਰ ਹੈ, ਕੇਵਲ ਘੁੰਮਣ ਦਾ ਇੱਕ ਸਬੱਬ ਬਣ ਗਿਆ, ਇੱਕ ਜਰੀਆ ਬਣ ਗਿਆ ਵੀ ਉੱਥੇ ਘੁੰਮ ਕੇ ਗੇੜਾ ਕੱਢ ਕੇ ਆਵਾਂਗੇ। ਮਾਂ ਬਾਪ ਸਾਨੂੰ ਛੁੱਟੀ ਦੇ ਦੇਣਗੇ, ਧਰਮ ਦਾ ਸਥਾਨ ਜਾਣ ਕੇ ਰੁਕੇਗਾ ਨਹੀਂ, ਨਾ ਲੜਕੀ ਨੂੰ ਨਾ ਕੋਈ ਲੜਕੇ ਨੂੰ, ਵੀ ਧਾਰਮਿਕ ਸਥਾਨ 'ਤੇ ਚੱਲਿਆ। ਫਿਰ ਆਪਣੀ ਮਰਜ਼ੀ ਦੇ ਨਾਲ ਉੱਥੇ ਕਈ ਤਰ੍ਹਾਂ ਦੇ ਜਿਹੜੇ ਕਰਮ ਨੇ ਉਹ ਕੀਤੇ ਜਾਣਗੇ। ਰੋ ਵਿਚਾਰ ਮਹਾਰਾਜ ਕਹਿਣ ਲੱਗੇ ਥਾ ਨਸ਼ਟ ਜਗ ਭ੍ਰਿਸ਼ਟ ਹੋਏ। ਇਹ ਜਿਹੜਾ ਜਗ ਸੰਸਾਰ ਹੈ ਨਾ, ਧਾਰਮਿਕ ਸਥਾਨਾਂ 'ਤੇ ਆਪੋ ਆਪਣੇ ਧਾਰਮਿਕ ਸਥਾਨਾਂ 'ਤੇ ਜਾ ਕੇ ਭ੍ਰਿਸ਼ਟਤਾਈ ਕਰਦਾ, ਕੁਕਰਮ ਕਰਦਾ ਹੈ। ਤੇ ਥਨਸਤ ਤੋਂ ਭਾਵ ਹੁੰਦਾ ਗੁਰਮੁਖੋ ਇਹਨਾਂ ਦੀ ਹਾਲਤ ਕਿਹੋ ਜਿਹੀ ਬਣ ਗਈ ਹੈ, ਧਰਮ ਤੋਂ ਖਾਲੀ ਹੋ ਗਏ, ਮਨਮੁਖ ਹੋ ਗਏ, ਧਰਮ ਇਹਨਾਂ ਦੇ ਮਨ ਵਿੱਚ ਰਹਿ ਹੀ ਨਹੀਂ ਗਿਆ। ਇਹ ਨਾਸਤਕ ਹੋ ਗਏ ਨੇ, ਨਾਸਤਕ ਪੁਣਾ, ਰੱਬ ਨੂੰ ਮੰਨਣਾ ਹੀ ਨਾ। ਅੱਜ ਬਿਰਤੀ ਇਹੋ ਜਿਹੀ ਹੋ ਗਈ ਹੈ, ਲੋਕ ਨਹੀਂ ਮੰਨਦੇ, ਨਾ ਰੱਬ ਨੂੰ ਮੰਨਦੇ ਨਾ ਰੱਬ ਦੇ ਪਿਆਰਿਆਂ ਨੂੰ ਮੰਨਦੇ। ਕੋਈ ਆਖਦਾ ਫਲਾਣਾ ਸਿੱਖ ਮਹਾਰਾਜ ਦੇ ਵੇਲੇ ਹੈ ਹੀ ਨਹੀਂ ਸੀ, ਉਹਦੇ ਤੋਂ ਗੱਲ ਹਟੀ ਹੈ, ਫਿਰ ਦੂਜੇ ਦਾ ਨਾਮ ਲੈ ਦਿੱਤਾ, ਦੂਜਾ ਵੀ ਨਹੀਂ ਸੀ, ਤੀਜਾ ਵੀ ਨਹੀਂ ਸੀ। ਰੱਬ ਨੂੰ ਨਾ ਮੰਨਣਾ ਨਾ ਰੱਬ ਦੇ ਪਿਆਰਿਆਂ ਨੂੰ ਮੰਨਣਾ। ਥਾ ਨਸ਼ਟ ਤੋਂ ਭਾਵ ਹੁੰਦਾ ਹੈ ਗੁਰਮੁਖੋ ਨਾਸਤਕ ਹੋ ਜਾਣਾ। ਕਲਯੁਗ ਦੇ ਲੋਕ ਨਾਸਤਕ ਹੋ ਗਏ ਨੇ, ਰੱਬ 'ਤੇ ਵਿਸ਼ਵਾਸ ਰਹਿ ਹੀ ਕੋਈ ਨਹੀਂ ਗਿਆ, ਨਹੀਂ ਭਰੋਸਾ ਰਹਿ ਗਿਆ ਵੀ ਕੋਈ ਸ਼ਕਤੀ ਹੈ ਦੁਨੀਆ ਨੂੰ ਚਲਾਉਣ ਵਾਲੀ, ਆਪਣੇ ਆਪ ਨੂੰ ਸਭ ਕੁਝ ਸਮਝੀ ਬੈਠਾ। ਤੇ ਜੇ ਇਹ ਸਮਝ ਲਵੇ ਵੀ ਹੈ ਕੋਈ, ਤੇ ਫਿਰ ਪਾਪ ਤੇ ਨਾ ਕਰੇ, ਕੁਕਰਮ ਨਾ ਕਰੇ, ਦੁਨੀਆ ਨੂੰ ਦੁੱਖ ਨਾ ਦੇਵੇ, ਤਾਂ ਹੀ ਦਿੰਦਾ ਪਿਆ, ਡਰ ਨਹੀਂ ਰਹਿ ਗਿਆ ਕਿਸੇ ਦਾ। ਥਾ ਨਸ਼ਟ ਜਗ ਭ੍ਰਸ਼ਟ ਹੋਏ। ਇਹ ਸਾਰਾ ਜਗ ਸੰਸਾਰ ਭ੍ਰਿਸ਼ਟ ਹੁੰਦਾ ਜਾ ਰਿਹਾ, ਧਾਰਮਿਕ ਸਥਾਨਾਂ ਨੂੰ ਭ੍ਰਿਸ਼ਟ ਕਰਦਾ ਪਿਆ, ਆਪ ਵੀ ਭ੍ਰਿਸ਼ਟਤਾਈ ਵਿੱਚ ਡੁੱਬ ਗਿਆ ਹੈ। ਡੁੱਬਤਾ ਇਵ ਜਗ। ਇਸ ਤਰ੍ਹਾਂ ਇਹ ਜਿਹੜਾ ਜਗ ਸੰਸਾਰ ਹੈ ਭਾਈ ਡੁੱਬਦਾ ਜਾ ਰਿਹਾ ਹੈ, ਸੰਸਾਰ ਰੂਪੀ ਖੂਹ ਦੇ ਵਿੱਚ, ਸੰਸਾਰ ਸਮੁੰਦਰ ਵਿੱਚ ਡੁੱਬਦਾ ਪਿਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਇਹ ਜਿਹੜਾ ਜਗ ਸੰਸਾਰ ਹੈ ਨਾ ਭਾਈ, ਇੱਕ ਬੰਦੇ ਦੀ ਗੱਲ ਨਹੀਂ, ਦੋ ਬੰਦਿਆਂ ਦੀ ਗੱਲ ਨਹੀਂ, ਪੂਰੇ ਸੰਸਾਰ ਦੇ ਵਿੱਚ ਭਾਵੇਂ ਦੇਸ਼ ਹੈ ਭਾਵੇਂ ਵਿਦੇਸ਼ ਹੈ। ਅਸੀਂ ਆਖਦੇ ਨਾ ਫਲਾਣੇ ਦੇਸ਼ ਦੇ ਲੋਕ ਬੜੇ ਸਿਆਣੇ ਨੇ, ਬੜੇ ਪੜ੍ਹੇ ਹੋਏ, ਬੜੇ ਤੇਜ਼ ਦਿਮਾਗ ਨੇ, ਸਾਡੇ ਤੋਂ ਬੜੇ ਅੱਗੇ। ਪਰ ਮਹਾਰਾਜ ਕਹਿਣ ਲੱਗੇ ਡਿੱਗੇ ਤੇ ਉਹ ਵੀ ਸੰਸਾਰ ਦੇ ਗੋਤੇ ਵਿੱਚ ਹੀ ਨੇ, ਸੰਸਾਰ ਦੇ ਖੂਹ ਵਿੱਚ ਉਹ ਵੀ ਡਿੱਗੇ ਹੋਏ ਨੇ। ਕਿਸੇ ਨਾ ਕਿਸੇ ਪਾਸਿਓਂ ਕੋਈ ਨਾ ਕੋਈ ਵਕਾਰ ਤੇ ਉਹਨਾਂ ਨੂੰ ਵੀ ਲੱਗਾ ਹੋਇਆ। ਇਹ ਭਾਵੇਂ ਧਾਰਮਿਕ ਸਥਾਨ ਨੇ ਤੇ ਭਾਵੇਂ ਧਾਰਮਿਕ ਸਥਾਨਾਂ 'ਤੇ ਰਹਿਣ ਵਾਲੇ ਲੋਕ ਨੇ, ਭਾਵੇਂ ਕੋਈ ਦੇਸ਼ ਵਿੱਚ ਰਹਿਣ ਵਾਲਾ, ਕੋਈ ਵਿਦੇਸ਼ ਵਿੱਚ ਰਹਿਣ ਵਾਲਾ, ਕੋਈ ਬਹੁਤਾ ਪੜ੍ਹਿਆ ਕੋਈ ਨਾ ਪੜ੍ਹਿਆ, ਸਾਰਾ ਜਗ ਹੀ ਭ੍ਰਸ਼ਟ ਹੁੰਦਾ ਜਾ ਰਿਹਾ ਹੈ, ਸਾਰਾ ਜਗ ਹੀ ਭ੍ਰਸ਼ਟ ਹੋ ਗਿਆ ਹੈ। ਇਹਦੇ ਵਿੱਚੋਂ ਬਾਹਰ ਨਿਕਲਣ ਵਾਲਾ ਕੋਈ ਨਹੀਂ ਹੈ। ਕਲਮ ਹੈ ਰਾਮ ਨਾਮ ਸਾਰ। ਭਾਈ ਇਹ ਕਲਯੁਗ ਦੇ ਵਿੱਚ ਰਾਮ ਦਾ ਨਾਮ ਸਾਰ ਕਹੀਏ ਸ੍ਰੇਸ਼ਟ ਹੈ। ਰਾਮ ਦਾ ਨਾਮ ਕੀ ਹੈ? ਜੋ ਗੁਰਬਾਣੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਨਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਸਭ ਤੋਂ ਸ੍ਰੇਸ਼ਟ ਕਰਮ ਇਹ ਹੈ। ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ। ਜਿਹੜੇ ਗੋਬਿੰਦ ਪਰਮਾਤਮਾ ਦੇ ਗੁਣ ਗਾਉਣੇ, ਇਹ ਸਭ ਤੋਂ ਵੱਡਾ ਪੁੰਨ ਹੈ। ਜਿੰਨਾ ਮਰਜ਼ੀ ਲੀੜਾ ਕੱਪੜਾ ਦਾਨ ਕਰ ਲਵੋ, ਜਿੰਨਾ ਮਰਜ਼ੀ ਦਾਨ ਪੁੰਨ ਕਰ ਲਵੋ, ਜਿੰਨੀਆਂ ਮਰਜ਼ੀ ਯਾਤਰਾਵਾਂ ਕਰ ਲਵੋ,
ਚੰਗੇ ਕਰਮ ਕਰ ਲਵੋ। ਇੱਕ ਪਾਠ ਜਪਜੀ ਸਾਹਿਬ ਦਾ ਬੈਠ ਕੇ ਕਰ ਲਿਆ, ਤੁਹਾਡੀ ਸਾਰੀ ਕਿਰਿਆ ਮਰਿਆਦਾ ਉਹਦੇ ਵਿੱਚ ਹੀ ਆ ਗਈ, ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਹੈ। ਐਸਾ ਵੱਡਾ ਨਾਮ ਹੈ। ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ। ਗੋਬਿੰਦ ਦੇ ਗੁਣ ਗਾਉਣੇ ਭਾਈ, ਇਹ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਕਰਮ ਹੈ, ਇਹਦੇ ਵਰਗਾ ਕੋਈ ਕਰਮ ਨਹੀਂ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਕਲਮਹਿ ਰਾਮ ਨਾਮ ਸਾਰ। ਕਲਯੁਗ ਦੇ ਵਿੱਚ ਸ੍ਰੇਸ਼ਟ ਕੰਮ ਇੱਕੋ ਹੀ ਹੈ, ਪਰਮਾਤਮਾ ਦਾ ਨਾਮ। ਉਹਦੇ ਤੋਂ ਬਿਨਾ ਹੋਰ ਕੋਈ ਇਹੋ ਜਿਹਾ ਵੱਡਾ ਕਰਮ ਨਹੀਂ ਹੈ। ਅੱਖੀ ਤਾਂ ਮੀਟ ਹੈ ਨਾਕ ਪਕੜ ਹੈ, ਠੱਗਣ ਕੋ ਸੰਸਾਰ। ਦੁਨੀਆ ਦੇ ਲੋਕ ਸੰਸਾਰ ਨੂੰ ਠੱਗਣ ਵਾਸਤੇ ਪਖੰਡ ਕਰਦੇ ਨੇ। ਕਿਵੇਂ ਦਾ ਪਖੰਡ ਕਰਦੇ? ਅੱਖੀ ਤਾਂ ਮੀਟੈ। ਜੇ ਕੋਈ ਵੇਖ ਲਿਆ ਨਾ ਬੰਦਾ ਆਉਂਦਾ ਪਿਆ ਚੰਗੇ ਕੱਪੜੇ ਪਾ ਕੇ, ਚੰਗਾ ਮੈਨੂੰ ਚੜਾਵਾ ਚੜਾਵੇਗਾ, ਵੇਖ ਕੇ ਅੱਖਾਂ ਬੰਦ ਕਰ ਲੈਣੀਆਂ। ਇਹਨੂੰ ਲੱਗੇ ਵੀ ਇਹ ਬੜੇ ਧਿਆਨ ਵਿੱਚ ਜੁੜਿਆ ਹੋਇਆ ਹੈ। ਅੱਖੀ ਤਾਂ ਮੀਟੈ ਤੇ ਨਾਕ ਪਕੜ, ਨੱਕ ਪਕੜ ਲੈਣਾ। ਮੈਂ ਤੇ 10ਵੇਂ ਦੁਆਰ ਵਿੱਚ ਸਾਹ ਚੜਾਏ ਹੋਏ, ਵੇਖੋ ਮੈਂ ਤੇ ਸਾਹ ਹੀ ਰੋਕੇ ਹੋਏ ਨੇ। ਸਾਹ ਰੋਕ ਲੈਂਦਾ 1 ਮਿੰਟ ਵਾਸਤੇ, 2 ਮਿੰਟ ਵਾਸਤੇ। ਸਰੀਰ ਦਾ ਤਜਰਬਾ ਇੰਨਾ ਕੁ ਬਣਾ ਲਿਆ, ਅਭਿਆਸ ਇੰਨਾ ਕੁ ਕਰ ਲਿਆ ਕਿ ਮੈਂ 1-2 ਮਿੰਟ ਵਾਸਤੇ ਸਾਹ ਰੋਕ ਸਕਾਂ। ਤੇ ਲੋਕਾਂ ਨੂੰ ਇਹ ਪਤਾ ਲੱਗੇ ਵੀ ਇਹ ਤੇ 10ਵੇਂ ਦੁਆਰ ਦੀ ਪ੍ਰਾਪਤੀ ਵਾਲਾ ਹੈ। ਨੱਕ ਬੰਦ ਕਰਕੇ ਵਿਖਾਉਂਦਾ, ਵੇਖੋ ਸੰਸਾਰ ਦੇ ਲੋਕੋ ਮੈਂ 10ਵੇਂ ਦੁਆਰ ਦੀ ਪ੍ਰਾਪਤੀ ਵਾਲਾ। ਤੇ ਪਾਤਸ਼ਾਹ ਕਹਿਣ ਲੱਗੇ ਅੱਖੀ ਤਾਂ ਮੀਟੈ। ਅੱਖਾਂ ਮੀਟੀਆਂ ਜ਼ਰੂਰ ਨੇ, ਪਰ ਕੰਨ ਜਿਹੜੇ ਨੇ ਉਹ ਸੁਣਦੇ ਵੀ ਪਏ ਤੇ ਵੇਖਦੇ ਵੀ ਪਏ। ਕੰਨਾਂ ਨਾਲ ਹਰੇਕ ਆਹਟ ਦੇ ਉੱਪਰ ਨਜ਼ਰ ਰੱਖਦਾ ਪਿਆ ਵੀ ਹੋ ਕੀ ਰਿਹਾ, ਪਰ ਅੱਖਾਂ ਤਾਂ ਬੰਦ ਕੀਤੀਆਂ ਆਖੇ ਤੇ ਰੱਬ ਦੇ ਧਿਆਨ ਵਿੱਚ ਜੁੜਿਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੱਖੀ ਤਾਂ ਮੀਟੈ ਨਾਕ ਪਕੜੈ। ਅੱਖਾਂ ਵੀ ਮੀਟ ਲੈਂਦਾ ਦੁਨੀਆ ਨੂੰ ਠੱਗਣ ਵਾਸਤੇ, ਨੱਕ ਨੂੰ ਪਕੜ ਲੈਂਦਾ। ਮੈਂ 10ਵੇਂ ਦੁਆਰ ਵਿੱਚ ਸਾਹ ਚੜਾ ਕੇ ਬੈਠਾ, ਵੇਖੋ ਮੈਨੂੰ ਸਾਹ ਹੀ ਨਹੀਂ ਆਉਂਦਾ, ਮੈਂ ਰੋਕਿਆ ਹੋਇਆ। ਕਾਹਦੇ ਵਾਸਤੇ ਕਰਦਾ ਪਿਆ? ਕਹਿਣ ਲੱਗੇ ਠੱਗਣ ਕੋ ਸੰਸਾਰ। ਪੂਰੀ ਦੁਨੀਆ ਨੂੰ ਠੱਗਣ ਵਾਸਤੇ। ਉਹਨਾਂ ਵਾਸਤੇ ਫਿਰ ਧਰਮ ਮਾਇਨਾ ਨਹੀਂ ਰੱਖਦਾ ਵੀ ਇਹ ਮੁਸਲਮਾਨ ਧਰਮ ਵਿੱਚੋਂ ਆਇਆ, ਹਿੰਦੂ ਧਰਮ ਵਿੱਚੋਂ ਆਇਆ, ਸਿੱਖ ਧਰਮ ਵਿੱਚੋਂ ਆਇਆ, ਕਿਹੜੇ ਧਰਮ ਵਿੱਚੋਂ ਆਇਆ। ਬਸ ਮੁਰਗਾ ਆਉਣਾ ਚਾਹੀਦਾ, ਛਿੱਲਣ ਵਾਸਤੇ ਪਹਿਲਾਂ ਹੀ ਤਿਆਰ ਬੈਠੇ ਨੇ। ਮੁਰਗਾ ਕਿਸੇ ਵੀ ਧਰਮ ਦਾ ਹੋਵੇ। ਤੇ ਆਪਾਂ ਇਸੇ ਤਰ੍ਹਾਂ ਵੇਖਦੇ ਨਾ ਜਿੰਨੇ ਪਖੰਡੀ ਨੇ ਦੁਨੀਆ 'ਤੇ, ਜਿਨ੍ਹਾਂ ਨੇ ਪਖੰਡ ਦੇ ਡੇਰੇ ਖੋਲ੍ਹੇ ਹੋਏ, ਉਹ ਇਹ ਗੱਲ ਜ਼ਰੂਰ ਕਹਿਣਗੇ ਵੀ ਸਾਡੇ ਡੇਰੇ ਵਿੱਚ ਧਰਮ ਕਰਮ ਦੀ ਕੋਈ ਇੱਥੇ ਬੰਦਸ਼ ਨਹੀਂ ਹੈ। ਜਿਹੜੇ ਮਰਜ਼ੀ ਧਰਮ ਦਾ ਉਹਨਾਂ ਦਾ ਧਰਮ ਇੱਕੋ ਹੀ ਹੈ, ਮਾਇਆ ਲੁੱਟਣੀ। ਤੋ ਮਾਇਆ ਕਿਸੇ ਵੀ ਧਰਮ ਦੇ ਵਿਅਕਤੀ ਕੋਲੋਂ ਲੁੱਟੀ ਜਾ ਸਕਦੀ ਹੈ। ਜੇ ਉਹ ਧਰਮ ਦੀ ਬੰਦਸ਼ ਲਾ ਦੇਣਗੇ, ਗਿਣਤੀ ਘਟ ਜਾਵੇਗੀ, ਗਿਣਤੀ ਘਟੇਗੀ ਤੇ ਮਾਇਆ ਦੇ ਚੜਾਵੇ ਘਟ ਜਾਣਗੇ। ਪਖੰਡੀ ਲੋਕ ਜਿਹੜੇ ਨੇ ਉਹ ਕਹਿਣ ਲੱਗੇ ਵੀ ਅਸੀਂ ਧਰਮਾਂ ਤੋਂ ਬਾਹਰ ਹੀ ਹਾਂ, ਅਸੀਂ ਤੇ ਸਾਰਿਆਂ ਦਾ ਹੀ ਸਤਿਕਾਰ ਕਰਦੇ, ਸਾਰਿਆਂ ਨੂੰ ਹੀ ਉਪਦੇਸ਼ ਦਿੰਦੇ। ਤੇ ਸਾਡੇ ਵਿੱਚ ਨਾ ਅੱਜ ਬਹੁਤ ਆਤ ਜਿਹੜੇ ਈਸਾਈ ਮਤ ਦੇ ਲੋਕ ਨੇ ਨਾ, ਪਾਦਰੀ ਜਿਹੜੇ ਨੇ ਈਸਾਈ ਮਤ ਦੇ, ਉਹ ਬੜੀਆਂ ਬੜੀਆਂ ਵੀਡੀਓ ਜਿਹੜੀਆਂ ਨੇ ਪਾਉਂਦੇ ਨੇ ਸੋਸ਼ਲ ਨੈਟਵਰਕ 'ਤੇ। ਮੰਤਰ ਪੜ੍ਹਿਆ, ਜਨਾਨੀਆਂ ਖੇਡਣ ਲੱਗ ਪੈਂਦੀਆਂ, ਚੀਕਾਂ ਮਾਰ ਲੱਗ ਪੈਂਦੀਆਂ, ਕਿਸੇ ਨੂੰ ਪਾਣੀ ਵਿੱਚ ਗੋਤੇ ਲਵਾਏ ਜਾ ਰਹੇ। ਕਿ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ, ਸਾਰੀਆਂ ਭੂਤ ਪ੍ਰੇਤ ਜਿਹੜੇ ਨੇ ਇਕੱਲੇ ਸਿੱਖਾਂ ਨੂੰ ਹੀ ਚਿੰਬੜੇ ਨੇ, ਈਸਾਈਆਂ ਨੂੰ ਨਹੀਂ ਚਿੰਬੜੇ ਹੋਏ। ਜਿਸ ਧਰਮ ਦੇ ਵਿੱਚ ਤੁਸੀਂ ਹੋ, ਜਿਸ ਧਰਮ ਦਾ ਤੁਸੀਂ ਗਿਆਨ ਲਿਆ, ਜਿਸ ਧਰਮ ਦੇ ਤੁਸੀਂ ਪੈਰੋਕਾਰ ਬਣੇ ਹੋ, ਪਹਿਲਾਂ ਉਹ ਧਰਮ ਨੂੰ ਤੇ ਕਿਸੇ ਬੰਨੇ ਲਾਓ ਨਾ। ਪਹਿਲਾਂ ਉਹਨਾਂ ਦੇ ਭੂਤ ਸਾਰੇ ਕੱਢ ਲਓ, ਉਹਨਾਂ ਦੀਆਂ ਬਿਮਾਰੀਆਂ ਸਾਰੀਆਂ ਦੂਰ ਕਰ ਲਵੋ। ਜਦੋਂ ਤੁਸੀਂ ਸਭ ਕੁਝ ਠੀਕ ਕਰ ਲਓਗੇ, ਫਿਰ ਦੂਜੇ ਧਰਮ ਵੱਲੇ ਧਿਆਨ ਕਰੋ। ਆਪਣੇ ਧਰਮ ਦੇ ਲੋਕ ਤੇ ਤੁਸੀਂ ਉਹਨਾਂ ਨੂੰ ਰੋਟੀ ਨਹੀਂ ਦੇ ਸਕਦੇ, ਤੁਹਾਡੇ ਕੋਲੋਂ ਪੁੱਛਿਆ ਨਹੀਂ ਜਾ ਰਿਹਾ ਵੀ ਕੌਣ ਕੀ ਕਰਦਾ ਪਿਆ। ਦੂਜੇ ਦੇ ਧਰਮ ਵਿੱਚ ਲੱਤਾਂ ਫਸਾਉਣ ਵਾਸਤੇ ਲਾਲਚ ਸੁੱਟੇ ਜਾ ਰਿਹਾ। ਸਾਡੇ ਧਰਮ ਦੇ ਵਿੱਚ ਆ ਜਾਓ, ਤੁਹਾਨੂੰ ਘਰ ਬਣਾ ਕੇ ਦੇਵਾਂਗੇ। ਕੀ ਤੁਸੀਂ ਸਾਰੇ ਈਸਾਈਆਂ ਨੂੰ ਘਰ ਬਣਾ ਕੇ ਦੇ ਦਿੱਤੇ ਨੇ? ਸਾਰਿਆਂ ਨੂੰ ਰੁਜ਼ਗਾਰ ਦੇ ਦਿੱਤਾ? ਨਹੀਂ, ਉਹਨਾਂ ਵੱਲ ਧਿਆਨ ਨਹੀਂ ਹੈ, ਪਰ ਦੂਜਿਆਂ ਵੱਲ ਧਿਆਨ ਜ਼ਰੂਰ ਹੈ। ਤੁਹਾਨੂੰ ਰੁਜ਼ਗਾਰ ਦੇਵਾਂਗੇ, ਨੌਕਰੀ ਦੇਵਾਂਗੇ, ਘਰ ਦੇਵਾਂਗੇ। ਤੁਹਾਡੇ ਭੂਤ ਜਿੰਨੇ ਤੁਹਾਡੇ ਵਿੱਚ ਵੜੇ ਨੇ ਸਾਰੇ ਬਾਹਰ ਕੱਢ ਦਿਆਂਗੇ ਤੇ ਪਾਣੀ ਵਿੱਚ ਟੁੱਬੀ ਲਵਾ ਕੇ ਨਾਲ ਮੰਤਰ ਪੜ੍ਹਾਵਾਂਗੇ, ਬਿਮਾਰੀਆਂ ਦੂਰ ਕਰ ਦਿਆਂਗੇ। ਤੇ ਕੀ ਕੋਈ ਇਹ ਕਹਿ ਸਕਦਾ ਵੀ ਮੈਂ ਜਾ ਕੇ ਸਾਰੀਆਂ ਬਿਮਾਰੀਆਂ ਦੂਰ ਕਰ ਆਇਆ? ਸਾਡਾ ਖਾਣਾ ਪੀਣਾ ਹੀ ਇੰਨਾ ਜ਼ਹਿਰੀਲਾ ਹੋ ਗਿਆ, ਕੋਈ ਵੀ ਬੰਦਾ ਹੈ ਬਿਮਾਰੀ ਤੋਂ ਤੇ ਕੋਈ ਨਹੀਂ ਬਚਿਆ। ਜਿਹੜਾ ਤੇਰੀ ਬਿਮਾਰੀ ਦੂਰ ਕਰਨ ਵਾਸਤੇ ਮੰਤਰ ਪੜ੍ਹਦਾ ਪਿਆ, ਬਿਮਾਰ ਤੇ ਉਹ ਆਪ ਵੀ, ਡਾਕਟਰ ਕੋਲ ਤੇ ਸ਼ਾਮ ਨੂੰ ਆਪ ਵੀ ਉਹ ਭੱਜਾ ਜਾਂਦਾ। ਆਪਣੀ ਬਿਮਾਰੀ ਦੂਰ ਕਰਨੀ ਹੈ, ਡਾਕਟਰ ਦਿਸਦਾ, ਇਲਾਜ ਦਿਸਦਾ, ਹਸਪਤਾਲ ਦਿਸਦਾ, ਦੂਜੇ ਨੂੰ ਆਖਦਾ ਮੇਰੇ ਕੋਲ ਆਓ, ਮੈਂ ਮੰਤਰ ਪੜ੍ਹਾਂਗਾ।
ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ, ਅਖਬਾਰਾਂ ਦੀਆਂ ਲਾਈਨਾਂ ਬਣ ਜਾਂਦੀਆਂ। ਫਲਾਣਾ ਬਾਬਾ ਮੰਤਰ ਪੜ੍ਹ ਕੇ ਦੂਜਿਆਂ ਦੇ ਦੁੱਖ ਦੂਰ ਕਰਦਾ ਸੀ, ਆਪ ਦਾ ਸਿਰ ਪੀੜ ਹੋਇਆ ਤੇ ਭੱਜਾ ਗਿਆ, ਵਧੀਆ ਹਸਪੀਟਲ ਦੇ ਵਿੱਚ ਇਲਾਜ ਕਰਵਾਇਆ। ਕਿ ਉਹ ਮੰਤਰ ਤੇਰੇ ਵਾਰੀ ਨਹੀਂ ਚੱਲਿਆ ਜਿਹੜਾ ਦੂਜਿਆਂ ਦੇ ਉੱਪਰ ਫੂਕਦਾ ਪਿਆ। ਕੇਵਲ ਪਖੰਡ ਹੈ ਦੁਨੀਆ ਨੂੰ ਲੁੱਟਣ ਵਾਸਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਦੁਨੀਆ ਦੇ ਲੋਕਾਂ ਨੇ ਰੁਜ਼ਗਾਰ ਬਣਾ ਲਿਆ, ਠੱਗਣ ਕੋ ਸੰਸਾਰ। ਦੁਨੀਆ ਨੂੰ ਠੱਗਣ ਵਾਸਤੇ ਮੇਰੇ ਮੰਤਰਾਂ ਵਿੱਚ ਧਰਮ ਦੀ ਬੰਦਿਸ਼ ਨਹੀਂ ਹੈ। ਕਿਸੇ ਵੀ ਧਰਮ ਦਾ ਵਿਅਕਤੀ ਮੇਰੇ ਕੋਲ ਆਏ, ਮੰਤਰ ਪੜ੍ਹ ਕੇ ਬਿਪਤਾ ਦੂਰ ਕਰਾਂਗਾ, ਦੁੱਖ ਦੂਰ ਕਰਾਂਗਾ, ਦੁੱਖ ਨਹੀਂ ਦੂਰ ਕਰੇਗਾ। ਅਸਲ ਵਿੱਚ ਮਾਇਆ ਲੁੱਟਣ ਵਾਸਤੇ ਬੈਠਾ ਹੋਇਆ। ਐਸਾ ਭਰਮ ਪਖੰਡੀ ਲੋਕ ਕਰਦੇ ਹਨ। ਰਹਾਉ ਆਟ ਸੇਤੀ ਨਾਕ ਪਕੜ ਹੈ, ਸੂਝ ਤੇ ਤਿੰਨ ਲੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਂਟ ਸੇਤੀ ਨਾਕ ਪਕੜੈ। ਜੋਗਾ ਮਤ ਵਾਲੇ ਜਿਹੜੇ ਨਾ ਉਹਨਾਂ ਦਾ ਕਰਮ ਧਰਮ ਸਾਡੇ ਨਾਲੋਂ ਵੱਖਰਾ। ਗੁਰਮੁਖੋ ਆਂਟ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਸਾਡਾ ਅੰਗੂਠਾ ਹੈ ਨਾ, ਤੇ ਸਾਡੀ ਚੀਚੀ ਦੀ ਨਾਲ ਦੀ ਜਿਹੜੀ ਉਂਗਲ ਹੈ, ਚੀਚੀ ਦੇ ਨਾਲ ਦੀ ਉਂਗਲ ਤੇ ਅੰਗੂਠੇ ਦੇ ਨਾਲ ਨੱਕ ਨੂੰ ਪਕੜਨਾ, ਇਹਨੂੰ ਕਹਿੰਦੇ ਆਂਟ ਬਣਾਈ ਹੈ। ਆਂਟ ਬਣਾ ਕੇ ਨੱਕ ਪਕੜਨਾ। ਆਂਟ ਸੇਤੀ ਨਾਕ ਪਕੜੇ, ਨੱਕ ਨੂੰ ਪਕੜ ਲਿਆ। ਦੁਨੀਆ ਨੂੰ ਆਖਿਆ ਸੂਝ ਤੇ ਤਿੰਨ ਲੋ। ਤਿੰਨਾਂ ਲੋਕਾਂ ਦਾ ਮੈਨੂੰ ਗਿਆਨ ਹੈ, ਤਿੰਨਾਂ ਲੋਕਾਂ ਦੀ ਮੈਨੂੰ ਸੋਝੀ ਹੈ। ਇੱਥੇ ਬੈਠਾ ਮੈਂ ਦੱਸ ਸਕਦਾ ਸਵਰਗਾਂ ਵਿੱਚ ਕੀ ਹੁੰਦਾ, ਇੱਥੇ ਬੈਠਾ ਦੱਸ ਸਕਦਾ ਥੱਲੇ ਪਤਾਲ ਵਿੱਚ ਕੀ ਹੁੰਦਾ ਪਿਆ। ਦੁਨੀਆ ਨੂੰ ਤੇ ਦੱਸਦਾ ਪਿਆ ਹੈ, ਦੁਨੀਆ ਨੂੰ ਭਵਿੱਖ ਦੱਸਦਾ ਪਿਆ। ਆਪਦੇ ਭਵਿੱਖ ਨੂੰ ਜਾਣਦਾ ਨਹੀਂ ਵੀ ਮੇਰਾ ਭਵਿੱਖ ਕਿਹੋ ਜਿਹਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਂਟ ਸੇਤੀ ਨਾਕ ਪਕੜੇ, ਸੂਝ ਤੇ ਤਿੰਨ ਲੋ। ਤਿੰਨਾਂ ਲੋਕਾਂ ਦੇ ਗਿਆਨ ਧਿਆਨ ਦੀਆਂ ਗੱਲਾਂ ਕਰਦਾ ਹੈ। ਮਗਰ ਪਾਛੈ ਕਸ ਨਾ ਸੂਝੈ, ਇਹੋ ਪਦਮਾ ਲੋ। ਮਗਰ ਮੇਰੇ ਕੀ ਹੈ ਉਹ ਕੁਝ ਨਹੀਂ ਇਸ ਨੂੰ ਦਿਸਦਾ। ਪਾਤਸ਼ਾਹ ਕਹਿਣ ਲੱਗੇ ਇਹ ਪਦਮ ਲੋ, ਇਹ ਬੜਾ ਹੀ ਹੈਰਾਨ ਕਰਨ ਵਾਲਾ, ਅਸਤਰਜ ਕਰਨ ਵਾਲਾ ਕੌਤਕ ਹੈ। ਦੁਨੀਆ ਨੂੰ ਕਹਿੰਦਾ ਤਿੰਨਾਂ ਲੋਕਾਂ ਦਾ ਗਿਆਨ ਹੈ, ਤੇਰੇ ਮਗਰ ਕੀ ਹੁੰਦਾ ਪਿਆ ਪਿੱਠ ਦੇ ਪਿੱਛੇ ਉਹ ਤੇ ਪਤਾ ਕੋਈ ਨਹੀਂ। ਪੰਡਤ ਨੂੰ ਕਹਿਣ ਲੱਗੇ, ਕਹਿੰਦੇ ਪੰਡਤ ਜੀ ਤੁਸੀਂ ਹੁਣੇ ਕਹਿੰਦੇ ਪਿਆ ਤਿੰਨਾਂ ਲੋਕਾਂ ਦਾ ਗਿਆਨੀ ਹੈ, ਮੂਰਤੀ ਤੇ ਤੁਹਾਡੇ ਪਿੱਛੇ ਪਈ ਹੈ, ਉਹ ਤੇ ਤੈਨੂੰ ਦਿਸੇ ਨਹੀਂ। ਤੇ ਤਿੰਨਾਂ ਲੋਕਾਂ ਦਾ ਕਾਹਦਾ ਤੂੰ ਗਿਆਨੀ ਹੈ? ਜਾਂ ਇਸ ਤਰ੍ਹਾਂ ਕਹਿ ਲਈਏ ਉਸ ਪੰਡਤ ਨੂੰ ਮਹਾਰਾਜ ਨੇ ਆਖਿਆ ਸੀ ਆਪਣੇ ਪਿਛਲੇ ਬੰਨੇ, ਪਿੱਛੋਂ ਪਿੱਠ ਦੇ ਪਿਛਲੇ ਪਾਸੇ ਮਿੱਟੀ ਪੱਟ, ਥੱਲੇ ਖਜ਼ਾਨਾ ਪਿਆ, ਲੈ ਲਾ ਜਿੰਨਾ ਧਨ ਚਾਹੀਦਾ। ਮਹਾਰਾਜ ਉਸ ਗੱਲ ਦਾ ਇੱਥੇ ਜ਼ਿਕਰ ਕਰਦੇ। ਕਹਿਣ ਲੱਗੇ ਤਿੰਨਾਂ ਲੋਕਾਂ ਦਾ ਗਿਆਨ ਕਹਿਣ ਵਾਲੇ ਪੰਡਤ ਨੂੰ ਇਹ ਨਹੀਂ ਪਤਾ ਵੀ ਮੇਰੇ ਪਿਛਲੇ ਬੰਨੇ ਥੱਲੇ ਧਨ ਦੱਬਿਆ ਪਿਆ। ਮਗਰ ਪਾਛੈ ਕਛ ਨਾ ਸੂਝੈ, ਮੇਰੇ ਮਗਰ ਕੀ ਹੈ ਉਹ ਤੇ ਸੁਝਦਾ ਨਹੀਂ। ਦੁਨੀਆ ਨੂੰ ਆਖਦਾ ਵੀ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ। ਇਹੋ ਪਦਮ ਅਲੋ, ਪਦਮ ਨਾਮ ਗੁਰਮੁਖੋ ਗਿਣਤੀ ਦਾ ਹੈ। ਤੇ ਗਿਣਤੀ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਜਿਹਨੂੰ ਬੇਅੰਤ ਕਿਹਾ ਜਾਂਦਾ ਹੈ, ਬਹੁਤਾ ਕਿਹਾ ਜਾਂਦਾ ਹੈ। ਵਿਦਵਾਨਾਂ ਨੇ ਗਿਣਤੀ ਦਾ ਜ਼ਿਕਰ ਕੀਤਾ, ਲੱਖ ਹੈ, ਕਰੋੜ ਹੈ, ਅਰਬ ਹੈ, ਖਰਬ ਹੈ, ਨੀਲ ਹੈ, ਪਦਮ ਹੈ। ਨੀਲ ਤੋਂ ਅੱਗੇ ਪਦਮ ਆਉਂਦਾ, ਬੇਅੰਤ ਗਿਣਤੀ। ਕਹਿਣ ਲੱਗੇ ਇਹ ਬੜਾ ਵੱਡਾ ਲੋਕ, ਇਹ ਹੈਰਾਨ ਕਰਨ ਵਾਲਾ ਕੌਤਕ ਹੈ। ਦੁਨੀਆ ਨੂੰ ਕੁਝ ਹੋਰ ਦੱਸਦਾ ਪਰ ਹੈ ਕੁਝ ਹੋਰ, ਫਿਰ ਬਖਸ਼ਦੇ ਹਨ। ਮਗਰ ਪਾਛੇ ਕਛ ਨਾ ਸੂਝੈ, ਇਹੋ ਪਦਮ ਲੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਦਮ ਤੋਂ ਭਾਵ ਗੁਰਮੁਖੋ ਬਾਣੀ ਬਚਨ। ਇਹ ਬਚਨ ਜਿਹੜੇ ਨੇ ਭਾਈ ਬੜੇ ਦੁਨੀਆ ਨੂੰ ਹੈਰਾਨ ਕਰਨ ਵਾਲੇ ਨੇ। ਗੱਲਾਂ ਕੁਝ ਹੋਰ ਕਰਦਾ, ਵਿੱਚੋਂ ਕੁਝ ਹੋਰ ਨਿਕਲ ਆਉਂਦਾ ਹੈ, ਫਿਰ ਬਖਸ਼ਿਸ਼ ਕਰਦੇ ਹਨ। ਮਗਰ ਪਾਛੈ ਕਛ ਨਾ ਸੂਝੈ, ਇਹੋ ਪਦਮ ਲੋ। ਪਦਮ ਨਾਮ ਕਮਲ ਫੁੱਲ ਦਾ ਹੈ। ਪਾਤਸ਼ਾਹ ਕਹਿਣ ਲੱਗੇ ਤੇਰੇ ਹਿਰਦਾ ਰੂਪੀ ਜਿਹੜਾ ਕਮਲ ਫੁੱਲ ਹੈ ਨਾ, ਇਹਦੇ ਵਿੱਚ ਪਰਮਾਤਮਾ ਦਾ ਲੋ ਕਹੀਏ ਪ੍ਰਕਾਸ਼ ਨਹੀਂ, ਸਗੋਂ ਅਲੋ ਹੈ। ਪਰਮਾਤਮਾ ਦੇ ਗਿਆਨ ਧਿਆਨ ਤੋਂ ਬਾਹਰ ਹੀ ਹੈ ਤੇਰਾ ਮਨ। ਦੁਨੀਆ ਨੂੰ ਆਖਦਾ ਮੈਂ ਗਿਆਨੀ ਹਾਂ, ਪਰ ਤੇਰੇ ਮਨ ਵਿੱਚ ਤੇ ਨਿੱਕਾ ਜਿਹਾ ਵੀ ਇੱਕ ਚੰਗਾਰਾ ਨਹੀਂ ਫੁੱਟਿਆ ਰੱਬ ਦੇ ਨਾਮ ਦਾ, ਰੱਬ ਦੀ ਰੋਸ਼ਨੀ ਦਾ। ਇੱਕ ਨਿੱਕੀ ਜਿਹੀ ਵੀ ਕਿਰਨ ਤੇਰੇ ਹਿਰਦੇ ਵਿੱਚ ਗਈ ਨਹੀਂ ਹੈ। ਦੁਨੀਆ ਨੂੰ ਗਿਆਨੀ ਦੱਸਣ ਵਾਲਿਆ ਤੇਰਾ ਅੰਦਰ ਤੇ ਹਨੇਰੇ ਨਾਲ ਭਰਿਆ ਹੋਇਆ ਹੈ। ਮਨ ਅੰਧਾ ਨਾਉ ਸਜਾਨ, ਮਨ ਦਾ ਅੰਨਾ ਵਿਅਕਤੀ ਦੁਨੀਆ ਵਿੱਚ ਆਪਣੇ ਆਪ ਨੂੰ ਸਿਆਣਾ ਖਵਾ ਕੇ, ਸਿਆਣਾ ਬਣ ਕੇ ਬੜਾ ਖੁਸ਼ ਹੁੰਦਾ ਹੈ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਹੀ। ਮੁਸਲਮਾਨਾਂ ਦਾ ਰਾਜ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਮੇਂ ਕਹਿਣ ਲੱਗੇ ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ। ਸੰਸਕ੍ਰਿਤ ਨਾਮ ਦੀ ਜਿਹੜੀ ਭਾਸ਼ਾ ਆਪਣੀ ਉਹ ਵੀ ਛੱਡ ਦਿੱਤੀ ਹੈ। ਕੀ ਕਰ ਦਿੱਤਾ?
ਮਲੇਸ਼ ਭਾਖਿਆ ਗਈ, ਮਲੇਸ਼ਾਂ ਮੁਸਲਮਾਨਾਂ ਦੀ ਭਾਖਿਆ ਜਿਹੜੀ ਹੈ ਨਾ ਬੋਲੀ, ਉਹਨੂੰ ਗ੍ਰਹਿਣ ਕਰ ਲਿਆ। ਉਹ ਪੜ੍ਹਾਈ, ਉਹ ਵਿੱਦਿਆ ਲੈ ਲਈ ਹੈ, ਕਿਉਂਕਿ ਨੌਕਰੀ ਮਿਲੇਗੀ। ਜਿਹਦਾ ਰਾਜ ਹੈ ਨਾ, ਉਹ ਕਹਿੰਦਾ ਵੀ ਮੇਰੇ ਰਾਜ ਵਿੱਚ ਨੌਕਰੀ ਕਰਨੀ ਹੈ, ਅਤੇ ਜਿਹੜਾ ਮੇਰੇ ਧਰਮ ਦੀ ਭਾਸ਼ਾ ਉਹਦਾ ਤੁਹਾਨੂੰ ਗਿਆਨ ਹੋਣਾ ਚਾਹੀਦਾ। ਅਤੇ ਮੁਸਲਮਾਨਾਂ ਦੀ ਭਾਸ਼ਾ ਫਾਰਸੀ ਹੈ। ਕਹਿਣ ਲੱਗੇ ਖੱਤਰੀਆਂ ਤਾਂ ਧਰਮ ਛੋੜਿਆ, ਖੱਤਰੀਆਂ ਨੇ ਆਪਣੀ ਸੰਸਕ੍ਰਿਤ ਦੀ ਭਾਸ਼ਾ ਨੂੰ ਛੱਡ ਕੇ ਮਲੇਸ਼ ਭਾਖਿਆ ਗਈ। ਮਲੇਸ਼ਾਂ ਦੀ ਜਿਹੜੀ ਭਾਖਿਆ ਵਿੱਦਿਆ ਫਾਰਸੀ, ਉਸ ਨੂੰ ਅਪਣਾ ਲਿਆ। ਆਪਾਂ ਅੱਜ ਵੀ ਜਾਂਦੇ ਹਾਂ ਨਾ ਵਿਦੇਸ਼ ਦੇ ਵਿੱਚ, ਬਾਹਰਲੇ ਦੇਸ਼ਾਂ ਵਿੱਚ, ਕੰਟਰੀਆਂ ਵਿੱਚ ਜਾਂਦੇ ਹਾਂ, ਅਤੇ ਉੱਥੇ ਫਿਰ ਉਹਨਾਂ ਦੀ ਸ਼ਰਤ ਇਹੋ ਹੀ ਹੈ ਨਾ ਵੀ ਸਾਡੇ ਦੇਸ਼ ਵਿੱਚ ਆਏ ਹੋ, ਤੁਹਾਨੂੰ ਸਾਡੀ ਭਾਸ਼ਾ ਆਉਣੀ ਚਾਹੀਦੀ ਹੈ, ਤੁਹਾਨੂੰ ਬੋਲਣੀ ਆਉਣੀ ਚਾਹੀਦੀ, ਲਿਖਣੀ ਆਉਣੀ ਚਾਹੀਦੀ, ਸਮਝਣੀ ਆਉਣੀ ਚਾਹੀਦੀ, ਨੌਕਰੀ ਮਿਲੇਗੀ। ਅਤੇ ਨਹੀਂ ਆਉਂਦੀ ਹੈ ਤਾਂ ਫਿਰ ਗਾਵਾਂ ਨੂੰ ਪੱਠੇ ਪਾਓ, ਕਿਉਂਕਿ ਗਾਵਾਂ ਨੂੰ ਕਿਹੜਾ ਕੋਈ ਭਾਸ਼ਾ ਆਉਂਦੀ, ਉੱਥੇ ਤਾਂ ਅਨਪੜ੍ਹ ਵੀ ਚੱਲੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ, ਜਿਹਦਾ ਧਰਮ ਹੁੰਦਾ ਨਾ, ਜਿਹਦਾ ਰਾਜ ਹੁੰਦਾ, ਉਹ ਕਹਿੰਦਾ ਵੀ ਮੇਰੀ ਭਾਸ਼ਾ ਨੂੰ ਅਪਣਾਓਗੇ ਤਾਂ ਤੁਹਾਨੂੰ ਮੈਂ ਅੱਗੇ ਵਧਣ ਦੇਣਾ ਹੈ। ਸ੍ਰੇਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਇਹ ਸਾਰੀ ਸ੍ਰਿਸ਼ਟੀ ਨਾ ਇੱਕੋ ਵਰਨ ਹੋ ਗਈ ਹੈ, ਇੱਕੋ ਰੂਪ ਹੋ ਗਈ ਹੈ। ਸਾਰੇ ਹੀ ਇੱਕ ਦੂਜੇ ਵਿੱਚ ਦਲੀਆ ਮਲੀਆ ਹੋ ਗਏ। ਧਰਮ ਦੀ ਗਤ ਮਰਿਆਦਾ ਤੇ ਖਤਮ ਹੋ ਗਈ ਹੈ। ਧਰਮ ਦਾ ਕਰਮ ਕਾਂਡ ਰਹੁ ਰੀਤ ਮਰਿਆਦਾ ਤੇ ਰਹਿ ਹੀ ਕੋਈ ਨਹੀਂ ਗਈ ਹੈ। ਸਾਰੀ ਸ੍ਰਿਸ਼ਟੀ ਪਖੰਡ ਵਿੱਚ ਪੈ ਕੇ ਸਾਰੇ ਲੋਕ ਹੀ ਪਖੰਡੀ ਹੋ ਗਏ। ਕਿਸੇ ਵੀ ਧਰਮ ਦੀ ਗੱਲ ਕਰ ਲਓ, ਸਾਰੇ ਲੋਕ ਪਖੰਡ ਨੂੰ ਅਪਣਾਉਂਦੇ ਪਏ। ਧਰਮ ਦੀ ਗਤ ਮਰਿਆਦਾ ਰਹੁ ਰੀਤ ਸਾਰੀ ਖਤਮ ਹੋ ਗਈ ਹੈ। ਅਸ਼ਟ ਸਾਜ ਸਾਜ ਪ੍ਰਾਣ ਸੁਧ ਹੈ, ਕਰ ਹੈ ਵੇਦ ਵਿਆਸ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਤੋਂ ਬਿਨਾਂ ਭਾਈ ਤੁਹਾਨੂੰ ਬਚਨ ਦੱਸ ਦਈਏ। ਅਸ਼ਟ ਨਾਮ 8 ਦਾ ਹੈ ਅਤੇ 8 ਵਿਆਕਰਨ ਨੇ ਜਿਹੜੇ ਰਿਖੀਆਂ ਨੇ ਲਿਖੇ ਨੇ। ਕੋਈ ਬੰਦਾ ਉਹਨਾਂ 8 ਵਿਆਕਰਨਾਂ ਨੂੰ ਪੜ੍ਹੀ ਜਾਵੇ ਅਤੇ ਇਸੇ ਤਰ੍ਹਾਂ ਸਾਜ ਪੁਰਾਣ ਜਿਹੜੇ ਪੁਰਾਣ ਨੇ ਉਹ ਬਿਆਸ ਜੀਆਂ ਨੇ ਲਿਖੇ ਦਰਜ ਕਰਵਾਏ, ਉਹਨਾਂ ਪੁਰਾਣਾਂ ਨੂੰ ਭਾਵੇਂ ਕੋਈ ਪੜ੍ਹੀ ਜਾਵੇ। 18 ਪੁਰਾਣ ਪੜ੍ਹ ਲਵੇ, 8 ਵਿਆਕਰਨਾਂ ਨੂੰ ਜਿੰਨਾ ਮਰਜ਼ੀ ਕੋਈ ਪੜ੍ਹ ਲਵੇ। ਇਹ ਸਾਰੇ ਕੌਤਕ ਜਿਹੜੇ ਨੇ ਕਰਨਾ ਕਰੇ, ਫਿਰ ਬਖਸ਼ਿਸ਼ ਕਰਦੇ ਹਨ। ਅਸ਼ਟ ਸਾਜ ਸਾਜ ਪ੍ਰਾਣ ਸੁਧ ਹੈ। ਇਸੇ ਤਰ੍ਹਾਂ 8 ਗੁਰਮੁਖੋ ਵਿਆਕਰਨ ਨੇ, ਅਤੇ ਸਾਜ ਤੋਂ ਇੱਥੇ ਭਾਵ ਲਾ ਲੈਣਾ 10, ਅਤੇ 10 ਅਤੇ 8 18, 18 ਪੁਰਾਣ ਨੇ। 18 ਪੁਰਾਣ ਪੜ੍ਹਨੇ ਵੀ ਸਿੱਖ ਲੈ, 8 ਵਿਆਕਰਨ ਕਰਨੇ ਸਿੱਖ ਲੈ। ਜਾਂ ਇਸ ਤਰ੍ਹਾਂ ਕਹਿ ਲਈਏ 8 ਵਿਆਕਰਨ ਵੀ ਪੜ੍ਹ ਲੈ ਨੇ, ਅਤੇ 10 ਗ੍ਰੰਥਾਂ ਦੀ ਗਿਣਤੀ ਹੈ। ਜਿਵੇਂ 6 ਸ਼ਾਸਤਰ ਨੇ ਅਤੇ 4 ਵੇਦ ਨੇ, 6 ਅਤੇ 4 10। ਪੁਰਾਣ ਵੀ ਸਿੱਖ ਲੈ, ਵਿਆਕਰਨ ਵੀ ਸਿੱਖ ਲਿਆ, ਸ਼ਾਸਤਰ ਵੀ ਸਿੱਖ ਲੈ ਅਤੇ ਵੇਦ ਵੀ ਸਿੱਖ ਲੈ। ਸਭ ਕੁਝ ਸਿੱਖ ਲਿਆ, ਪੜ੍ਹਨਾ ਸਾਰਾ ਕੁਝ ਆ ਗਿਆ। ਕਰਹਿ ਵੇਦ ਅਭਿਆਸ, ਵੇਦਾਂ ਦਾ ਅਭਿਆਸੀ ਬਣ ਗਿਆ। ਇਕੱਲਾ ਬੈਠਾ ਹੀ ਮੰਤਰ ਪੜ੍ਹੀ ਜਾਂਦਾ, ਜ਼ੁਬਾਨੀ ਮੰਤਰ ਯਾਦ ਹੋ ਗਿਆ। ਇੰਨੀ ਮਿਹਨਤ ਕੀਤੀ ਹੈ ਦੁਨੀਆ ਨੂੰ ਵਿਖਾਉਣ ਵਾਸਤੇ। ਵੇਦਾਂ ਦੇ ਮੰਤਰ ਜ਼ੁਬਾਨੀ ਯਾਦ ਨੇ, ਸ਼ਾਸਤਰਾਂ ਦੇ ਬਚਨ ਜ਼ੁਬਾਨੀ ਯਾਦ ਨੇ, ਕੁਰਾਨ ਦੇ ਮੰਤਰ ਜ਼ੁਬਾਨੀ ਯਾਦ ਨੇ, ਕਾਲੇ ਇਲਮ ਦੇ ਮੰਤਰ ਜ਼ੁਬਾਨੀ ਯਾਦ ਨੇ। 36 ਲੱਖ ਮੰਤਰ ਦੁਨੀਆ ਦਾ ਹੈ। 36 ਲੱਖ ਮੰਤਰਾਂ ਵਿੱਚੋਂ ਪਤਾ ਨਹੀਂ ਕਿੰਨੇ ਕੋਈ ਯਾਦ ਕਰੀ ਫਿਰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸਾ ਵੱਡਾ ਅਭਿਆਸੀ ਬਣ ਗਿਆ ਹੈ। ਬਿਨ ਨਾਮ ਹਰ ਕੇ ਮੁਕਤ ਨਹੀਂ, ਕਹੈ ਨਾਨਕ ਦਾਸ। ਪਾਤਸ਼ਾਹ ਕਹਿਣ ਲੱਗੇ ਨਾਮ ਤੋਂ ਬਿਨਾਂ ਮੁਕਤੀ ਕੋਈ ਨਹੀਂ ਹੋਣੀ। ਇਹ ਨਿਚੋੜ ਹੈ, ਬਿਲਕੁਲ ਅਰਕ ਕੱਢਿਆ ਹੋਇਆ ਕਿਸੇ ਚੀਜ਼ ਦਾ। ਫਲ ਬਹੁਤੇ ਪੈ ਨਾ, ਢੇਰੀ ਪਈ ਹੈ ਕੋਲ, ਅਤੇ ਜਦੋਂ ਅਰਕ ਕੱਢਾਂਗੇ ਨਾ, ਰਸ ਕੱਢਾਂਗੇ ਤਾਂ ਥੋੜ੍ਹਾ ਜਿਹਾ ਹੀ ਨਿਕਲੇਗਾ ਬਹੁਤੇ ਫਲਾਂ ਵਿੱਚੋਂ, ਬਾਕੀ ਤੇ ਗੁੱਦਾ ਰਹਿ ਗਿਆ, ਪਰੇ ਸੁੱਟ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਅਰਕ ਇਹ ਕੱਢਿਆ, ਨਿਚੋੜ ਇਹ ਕੱਢਿਆ। ਭਾਵੇਂ ਤੂੰ ਪੁਰਾਣਾਂ ਨੂੰ ਯਾਦ ਕਰ ਲਿਆ, ਵੇਦ ਨੂੰ ਯਾਦ ਕਰ ਲਿਆ, ਸ਼ਾਸਤਰਾਂ ਨੂੰ ਯਾਦ ਕਰ ਲਿਆ, ਬਾਈਬਲ ਪੜ੍ਹ ਲਈ ਹੈ, ਕੁਰਾਨ ਪੜ੍ਹ ਲਈ ਹੈ, ਗ੍ਰੰਥ ਪੜ੍ਹ ਲਏ ਨੇ, ਮੰਤਰ ਪੜ੍ਹ ਲਏ ਨੇ, ਪਰ ਬਿਨ ਹਰ ਨਾਮ ਮੁਕਤ ਨਾਹੀਂ। ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਮਿਲਣੀ। ਇਹ ਬਚਨ ਚੰਗੀ ਤਰ੍ਹਾਂ ਪੱਲੇ ਬੰਨ੍ਹ ਲਾ, ਆਪਣੇ ਦਿਮਾਗ ਦੇ ਵਿੱਚ ਇਹ ਬਚਨ ਬਿਠਾ ਲਾ। ਨਾਮ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਮੰਤਰ ਤੈਨੂੰ ਜਿੰਨੇ ਮਰਜ਼ੀ ਆਉਂਦੇ ਹੋਣ, ਭਾਵੇਂ ਜ਼ੁਬਾਨੀ ਯਾਦ ਕਿਉਂ ਨਾ ਕੀਤੇ ਹੋਣ। ਮੰਤਰ ਤੇ ਜ਼ੁਬਾਨੀ ਰਾਵਣ ਨੇ ਵੀ ਬੜੇ ਯਾਦ ਕੀਤੇ ਨੇ। ਕਹਿਣ ਲੱਗੇ ਵੀ ਸਾਰੇ ਵੇਦਾਂ ਨੂੰ ਜ਼ੁਬਾਨੀ ਪੜ੍ਹ ਲੈਂਦਾ, ਐਡਾ ਵੱਡਾ ਗਿਆਨੀ ਵਿਦਵਾਨ ਹੈ, ਪਰ ਮੰਤਰ ਕੋਈ ਕੰਮ ਤੇ ਨਾ ਆਇਆ ਜਦੋਂ ਪੁੱਠੇ ਕੰਮ ਕੀਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਿਨ ਨਾਮ ਹਰ ਕੇ ਮੁਕਤ ਨਾਹੀਂ। ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ, ਕਹੈ ਨਾਨਕ ਦਾਸ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਇਹ ਬਚਨ ਅਸੀਂ ਵੀ ਕਹਿੰਦੇ ਹਾਂ, ਇਹ ਬਚਨ ਸ਼ਾਸਤਰ ਵੀ ਕਹਿੰਦੇ, ਤੇ ਗੁਰਮੁਖੋ ਇਹੋ ਹੀ ਜਿਹੜੇ ਬਚਨ ਨੇ
ਕਹੈ ਨਾਨਕ ਦਾਸ। ਜਿਹੜੇ ਰੱਬ ਦੇ ਦਾਸ ਨੇ ਨਾ, ਸੰਤ ਮਹਾਤਮਾ ਗੁਰਮੁਖ ਸਾਧੂ, ਉਹ ਵੀ ਇਹੋ ਬਚਨ ਕਰਦੇ ਨੇ ਵੀ ਨਾਮ ਬਿਨਾਂ ਮੁਕਤੀ ਨਹੀਂ ਜੇ ਮਿਲਦੀ। ਨਾਮ ਹੀ ਸਭ ਤੋਂ ਸ਼੍ਰੋਮਣੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਜੋ ਸਜਣ ਅਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲ। ਅਸ਼ਟ ਸਾਜ ਸਾਜ ਪ੍ਰਾਨ ਸੁਧ ਹੈ, ਕਰੈ ਬੇਦ ਅਭਿਆਸ। ਬਿਨ ਨਾਮ ਹਰ ਕੇ ਮੁਕਤ ਨਹੀਂ, ਕਹੈ ਨਾਨਕ ਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਕ ਜਨਮ ਬਹੁ ਜੋਨੀ ਪ੍ਰਮੇਹਾ, ਬਾਹਰ ਬਾਹਰ ਦੁਖ ਪਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਦੇਹੋ ਦਰਸ ਹਰ ਰਾਇਆ। ਬਹੁਤ ਜਨਮ ਵਿਛੜੇ ਥੇ ਮਾਤ